ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਤੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ। ਤਿਨ ਬੇਦਿਯਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਇ। ਤਿਨ ਇਹ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ। ਜੋ ਤਾਂ ਕੇ ਮਾਰਗ ਮੈਂ ਆਏ ਤੇ ਕਬਹੂ ਨਹੀਂ ਪਾਪ ਸੰਤਾਏ। ਜੇ ਜੇ ਪੰਥ ਤਵਨ ਕੇ ਪਰੇ ਤਾਪ ਪਾਪ ਤਿਨ ਕੇ ਪ੍ਰਭ ਹਰੇ। ਦੁਖ ਭੂਖ ਕਬਹੂ ਨਾ ਸੰਤਾਏ ਜਾਲ ਕਾਲ ਕੇ ਬੀਚ ਨ ਆਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਆਦਿ ਜੁਗਾਤੀ ਅਪਰ ਅਪਾਰੇ। ਆਦਿ ਜੁਗਾਤੀ ਅਪਰ ਅਪਾਰੇ ਆਦਿ ਨਿਰੰਜਨ ਖਸਮ ਹਮਾਰੇ। ਸਾਚੇ ਜੋਗ ਜੁਗਤ ਵਿਚਾਰੀ ਸਾਚੇ ਤਾੜੀ ਲਾਈ ਹੈ। ਕੇਤੜਿਆ ਚੁਕ ਤੁੰਦੂ ਕਰ ਤਾੜੀ ਲਾਈ ਸਿਰਜਨਹਾਰ। ਸਚ ਨਾਮ ਸੱਚੀ ਵਡਿਆਈ ਸਾਚੈ ਤਖਤ ਵਡਾਈ ਹੈ। ਆਦਿ ਜੁਗਾਤੀ ਅਪਰ ਅਪਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। जिनके भाग बड़े हैं भाई तिन साधु संग मुख जुरे। आप जी अत्यंत बड़भागे हो जो सतगुरु महाराज साहब श्री गुरु ग्रंथ साहब जी की पावन गोद में संध्या के दीवाना दियाँ हाजरियां पा रहे हो। सोदा रहरास साहब जी के पाठ गुरबाणी के कीर्तन सरवण किए हैं। उपरंत खालसा पंथ के महान विद्वान ढाडी सत्कारयोग ਗਿਆਨੀ ਕੁਲਵੰਤ ਸਿੰਘ जी पंडोरी साहब जी के जथे पासों श्री दमदमे साहब जी का वो प्रसंग सरवण किया है जदों महाराज ने डल्ले के सामने सिक्खी की परख की सी ते सच्चे पातशाह जी ने खरे परख खजाने पायन खोटे सुटियन बार बार। खरिया नूं अपने खजाने च पा लिया ते खोटिया नूं बाहर छड़ दिता। खरिया नूं महाराज सच्चे पातशाह ने खालसा आख्या है। खालसा मेरो रूप है खास खालसे मैं हों करो निवास। उस खालसे नूं इन्ना मान दिता कहन लगे खालसा मेरो सतगुर पूरा खालसा मेरो सज्जन सूरा खालसा मेरी जान की जान खालसा मेरो पिंड प्राण। खालसा हमारी जान खालसा हमारी आन खालसा हमारी खान मोद की सुहानी है। खालसा हमारी जात खालसा हमारी पात खालसा हमारी शान मोद की सुहानी है। कहते खालसा हमारी चाल खालसा हमारी ढाल
ਖਾਲਸਾ ਹਮਾਰੀ ਘਾਲ ਭੋਗ ਮੋਖਦਾਨੀ ਹੈ। ਜੋ ਜੋ ਉਪਮਾ ਖਾਲਸੇ ਨੂੰ ਦਿੱਤੀ ਜਾ ਸਕਦੀ ਸੀ ਉਹ ਦੇ ਕੇ ਫਿਰ ਮਹਾਰਾਜ ਕਹਿੰਦੇ ਉਪਮਾ ਖਾਲਸੇ ਜਾਤ ਨਾ ਕਹੀ, ਮੇਰੇ ਕੋਲੋਂ ਖਾਲਸੇ ਦੀ ਉਪਮਾ ਹੀ ਨਹੀਂ ਹੋ ਸਕਦੀ। ਕਿੰਨਾ ਮਾਣ ਦਿੱਤਾ। ਹਰ ਹੀ ਹੋਏ ਤੋ ਕਹਾਂ ਅਸਚਰਜ ਹੈ, ਖਾਲਸ ਪਦ ਕੋ ਪ੍ਰਾਪਤ ਵਾਰੋ। ਤਿੰਨ ਅਲਫਾਜ਼, ਤਿੰਨ ਸ਼ਬਦ, ਤਿੰਨ ਵਰਡ ਦੁਨੀਆ ਦੀ ਡਿਕਸ਼ਨਰੀ ਚੋਂ ਚੁਣ ਲਏ ਗਏ। ਪੂਰੇ ਸੰਸਾਰ ਦੇ ਸ਼ਬਦ ਕੋਸ਼ਾਂ ਵਿੱਚੋਂ, ਸ਼ਬਦ ਭੰਡਾਰਾਂ ਵਿੱਚੋਂ ਤਿੰਨ ਮਹਾਰਾਜ ਨੇ ਤਿੰਨ ਅੱਖਰ ਚੁਣੇ। 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਸਾਹਮਣੇ ਰੱਖਿਆ। ਤਿੰਨ ਸ਼ਬਦ ਕਿਹੜੇ ਸਨ? ਇੱਕ ਹਰੀ, ਪਰਮਾਤਮਾ, ਵਾਹਿਗੁਰੂ, ਗਾਡ, ਅੱਲਾ, ਜੋ ਮਰਜ਼ੀ ਕਹਿ ਲਓ, ਜਿਹਨੇ ਆ ਦੁਨੀਆ ਬਣਾਈ ਹੈ, ਜਿਹਨੇ ਆ ਸੰਸਾਰ ਸਾਜਿਆ ਹੈ, ਜਿਸ ਨੇ ਕਾਇਨਾਤ ਰਚੀ ਹੈ, ਜਿਸ ਨੂੰ ਮੁਸਲਮਾਨ ਵੀਰ ਅੱਲਾ, ਖੁਦਾ ਕਹਿੰਦੇ ਨੇ, ਕਰੀਮ, ਰਹੀਮ ਕਹਿੰਦੇ ਨੇ, ਹਿੰਦੂ ਰਾਮ, ਕ੍ਰਿਸ਼ਨ, ਹਰੀ ਕਹਿੰਦੇ ਨੇ, ਜਿਸ ਨੂੰ ਈਸਾਈ ਵੀਰ ਗੋਡ ਕਹਿੰਦੇ ਨੇ, ਜਿਸ ਨੂੰ ਆਪਾਂ ਵਾਹਿਗੁਰੂ ਕਹਿੰਦੇ ਆ, ਉਹ ਹੈ ਤਾਂ ਇੱਕੋ ਹੀ ਹੈ, ਉਹਦੇ ਨਾਮ ਹੀ ਵੱਖਰੇ ਵੱਖਰੇ ਹਨ। ਉਹ ਇੱਕ ਪਾਵਰ ਹੈ, ਇੱਕ ਐਨਰਜੀ ਹੈ, ਇੱਕ ਸ਼ਕਤੀ ਹੈ, ਜਿਸ ਤੋਂ ਇਹ ਸਭ ਕੁਝ ਬਣਿਆ ਹੈ। ਦੂਸਰਾ ਸ਼ਬਦ, ਦੂਸਰੀ ਹਸਤੀ, ਉਹ ਹੈ ਗੁਰੂ, ਜਿਹੜਾ ਉਸ ਪਰਮਾਤਮਾ ਤੱਕ ਲਿਜਾ ਸਕਦਾ, ਜਿਸ ਤੋਂ ਬਿਨਾਂ ਉਸ ਪਰਮਾਤਮਾ ਦਾ ਗਿਆਨ ਨਹੀਂ ਹੋ ਸਕਦਾ। ਜੇ ਗੁਰੂ ਨਾ ਹੋਵੇ ਤੇ ਸਾਨੂੰ ਕਿਸੇ ਨੂੰ ਵੀ ਪਰਮਾਤਮਾ ਬਾਰੇ ਕਿਸੇ ਤਰ੍ਹਾਂ ਦਾ ਵੀ ਕੋਈ ਪਤਾ ਨਹੀਂ। ਗੁਰੂ ਨਾ ਹੋਵੇ, ਜਿਵੇਂ ਪਸ਼ੂਆਂ ਨੂੰ ਕੋਈ ਪਤਾ ਨਹੀਂ, ਬੰਦੇ ਨੂੰ ਵੀ ਕੋਈ ਪਤਾ ਨਹੀਂ। ਜਿਨ੍ਹਾਂ ਨੂੰ ਗੁਰੂ ਮਿਲਦਾ ਉਹ ਹੀ ਜਾਣਦੇ ਆ ਵੀ ਕੋਈ ਹਸਤੀ ਹੈ, ਇਸ ਤੋਂ ਪਰੇ ਵੀ ਕੁਛ ਹੈ, ਜਿਸ ਨੂੰ ਪਾਰਬ੍ਰਹਮ ਕਹਿੰਦੇ ਆ, ਜਿਸ ਨੂੰ ਨਿਰੰਕਾਰ ਕਹਿੰਦੇ ਆ। ਉਹਦੀ ਨੌਲੇਜ, ਉਹਦੀ ਜਾਣਕਾਰੀ ਜਿਸ ਤੋਂ ਮਿਲਦੀ ਹੈ ਉਸ ਨੂੰ ਗੁਰੂ ਕਹਿੰਦੇ ਹਨ। ਤੀਸਰਾ ਵਰਡ ਮਹਾਰਾਜ ਨੇ ਚੁਣਿਆ ਸਿੱਖ। ਤੀਸਰਾ ਸ਼ਬਦ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਰੀ, ਦੂਸਰਾ ਗੁਰੂ, ਤੀਸਰਾ ਸਿੱਖ। ਹੁਣ ਮਹਾਰਾਜ ਕਹਿੰਦੇ ਇਹਨਾਂ 'ਚੋਂ ਵੱਡਾ ਕੌਣ ਹੈ? ਕਹਿੰਦੇ ਅਕਾਲ ਪੁਰਖ ਵੱਡਾ, ਗੁਰੂ ਵੱਡਾ ਕਿ ਸਿੱਖ ਵੱਡਾ? ਇਹ ਮਹਾਰਾਜ ਨੇ ਸਵਾਲ ਖੜਾ ਕੀਤਾ। ਆਪ ਹੀ ਸਵਾਲ ਖੜਾ ਕਰਕੇ ਮਹਾਂਪੁਰਸ਼ ਆਪ ਹੀ ਜਵਾਬ ਦੇ ਲੈਂਦੇ ਆ। ਮਹਾਂਪੁਰਸ਼ ਆਪ ਹੀ ਸਵਾਲ ਖੜਾ ਕਰ ਲੈਂਦੇ ਆ ਤਾਂ ਕਿ ਕੱਲ੍ਹ ਨੂੰ ਕੋਈ ਹੋਰ ਸਵਾਲ ਕਰੇ, ਆਉਣ ਵਾਲੇ ਸਮੇਂ ਵਿੱਚ ਸਾਡੇ ਤੋਂ ਬਾਅਦ, ਸਾਡੇ ਸਰੀਰ ਤੋਂ ਬਾਅਦ ਕੋਈ ਸਵਾਲ ਕਰੇ ਤੇ ਉਸ ਵੇਲੇ ਜਵਾਬ ਦੇਣ ਵਾਲਾ ਕੋਈ ਨਾ ਹੋਵੇ। ਉਹ ਪਹਿਲਾਂ ਹੀ ਸਵਾਲ ਖੜਾ ਕਰਕੇ ਤੇ ਉਹਦਾ ਜਵਾਬ ਦੇ ਜਾਂਦੇ ਆ ਬਾਣੀ ਦੇ ਵਿੱਚ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਹਿਲਾਂ ਹੀ ਜਵਾਬ ਦਿੱਤਾ ਹੈ। ਕਹਿੰਦੇ ਇੱਕ ਪਰਮੇਸ਼ਰ ਹੈ, ਹਰੀ ਹੈ, ਇੱਕ ਗੁਰੂ ਹੈ, ਇੱਕ ਸਿੱਖ ਹੈ। ਕਹਿੰਦੇ ਮੇਰੀ ਨਿਗਾਹ ਵਿੱਚ ਸਿੱਖ ਵੱਡਾ। ਆਖੋ ਸ੍ਰੀ ਵਾਹਿਗੁਰੂ। ਇਹ 10ਵੇਂ ਪਾਤਸ਼ਾਹ ਦੀ ਬਾਣੀ ਹੈ, ਉਹਨਾਂ ਦੇ ਬਚਨ ਨੇ। ਕੀ ਕਹਿੰਦੇ ਨੇ? ਜਿੱਥੇ ਲਿਖਿਆ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈਗਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਸਤ। ਕਿੰਨੀ ਮਾਰੇ ਉਪਮਾ ਕੀਤੀ, ਬੜੀ ਉਪਮਾ ਕੀਤੀ। ਬੜੀ ਉਪਮਾ ਕਰਨ ਤੋਂ ਬਾਅਦ ਇਹ ਗੱਲ ਉੱਥੇ ਸਵਈਆਂ 'ਚ ਲਿਖੀ ਹੈ। ਕਹਿੰਦੇ ਹਰ ਹੀ ਹੋਏ ਤੋ ਕਹਾਂ ਅਸਚਰਜ ਹੈ, ਖਾਲਸ ਪਦ ਕੋ ਪ੍ਰਾਪਤ ਵਾਰੋ, ਸਿੱਖੈ ਪਦ ਦੂਹਨ ਤੇ ਗੌਰਵ। ਗੌਰਵ ਕਹਿੰਦੇ ਵੱਡਾ, ਉੱਚਾ, ਭਾਰਾ। ਸਿੱਖਿਆ ਪਦ, ਸਿੱਖ ਪਦ ਯਾਨੀ ਸਿੱਖ ਵਰਡ, ਸਿੱਖ ਲਫ਼ਜ਼, ਸਿੱਖ ਸ਼ਬਦ। ਦੋਹਨ ਤੇ, ਦੋਹਨ ਮੈਨੇ ਹਰੀ ਤੋਂ ਤੇ ਗੁਰੂ ਦੋਵਾਂ ਤੋਂ। ਗੌਰਵ, ਗੌਰਾ ਭਾਰਾ। ਕਿਉਂ ਕਾ ਭਾਰਾ? ਉਹ ਕਹਿੰਦੇ ਇੱਕ ਹੁੰਦਾ ਖਾਨਦਾਨੀ ਅਮੀਰ, ਪਿਓ ਦਾਦਾ ਪੜਦਾਦਾ ਰਾਜੇ ਸੀ, ਪੋਤਾ ਪੜੋਤਾ ਵੀ ਰਾਜਾ ਹੀ ਹੈ। ਰਾਜੇ ਦਾ ਪੋਤਰਾ ਹੈ, ਰਾਜ ਕਰ ਰਿਹਾ ਹੈ। ਜਦੋਂ ਉਹਦੀ ਹਿਸਟਰੀ ਲਿਖੀ ਜਾਏਗੀ ਵੀ ਇਹਦੀ ਕੀ ਕਮਾਈ ਹੈ, ਕਹਿੰਦੇ ਰਾਜਾ ਹੈ, ਬਸ ਰਾਜਾ ਹੈ, ਖਾਨਦਾਨੀ ਰਾਜਾ ਹੈ, ਸ਼ੁਰੂ ਤੋਂ ਹੀ ਰਾਜਾ ਹੈ। ਇਹ ਸ਼ੁਰੂ ਤੋਂ ਹੀ ਪਾਵਰਫੁਲ ਹੈ, ਇਹ ਤਾਂ ਮੁੱਢ ਤੋਂ ਹੀ ਰਾਜਾ। ਤੇ ਇੱਕ ਬੰਦਾ ਫਰਸ਼ ਤੋਂ ਉੱਠਿਆ, ਮਿਹਨਤ ਕੀਤੀ ਹੈ,
ਘਾਲਣਾ ਘਾਲੀ ਹੈ, ਤੇਗਾ ਮਾਰੀਆਂ ਨੇ, ਉਹਨੇ ਰਾਜ ਪਾਇਆ, ਉਹ ਕਿਤੇ ਪਹੁੰਚਿਆ, ਉਹਨੂੰ ਕਹਿੰਦੇ ਆਹ ਬੰਦੇ ਨੇ ਮਿਹਨਤ ਕੀਤੀ ਹੈ ਬਈ, ਇਹ ਬੰਦੇ ਬੜੀ ਤਰੱਕੀ ਕੀਤੀ ਹੈ। ਸ਼ਾਬਾਸ਼ ਕਿਹਨੂੰ ਮਿਲੇਗੀ ਦੋਵਾਂ ਚੋਂ? ਇੱਕ ਪਾਸੇ ਖਾਨਦਾਨੀ ਅਮੀਰ ਖੜਾ ਹੋਵੇ, ਇੱਕ ਪਾਸੇ ਕੋਈ ਮਿਹਨਤ ਕਰਕੇ ਬਣਿਆ ਖੜਾ ਹੋਵੇ। ਜਦੋਂ ਉਹਨਾਂ ਦੀ ਤੁਲਨਾ ਕੀਤੀ ਜਾਏ, ਕਹਿਣ ਲੱਗੇ ਆਹ ਬੰਦੇ ਨੇ ਮਿਹਨਤ ਕੀਤੀ ਹੈ, ਸਰੋਪਾ ਉਹਨੂੰ ਮਿਲੇਗਾ ਕਿ ਖਾਨਦਾਨੀ ਨੂੰ ਮਿਲੇਗਾ? ਕਹਿੰਦੇ ਅਕਾਲ ਪੁਰਖ ਵੱਡਾ ਵੱਡਾ ਵੱਡਾ, ਚ ਕੋਈ ਸ਼ੱਕ ਨਹੀਂ, ਵੱਡੀ ਹੋ ਵੱਡਾ ਪਾਰ, ਤੇਰਾ ਮਰਤਬਾ ਬਹੁਤ ਵੱਡਾ। ਕਹਿੰਦੇ ਉਹਦਾ ਹੀ ਰੂਪ ਹੈ ਗੁਰੂ, ਉਹ ਵੀ ਵੱਡਾ ਹੀ ਹੈ। ਗੁਰੂ ਤੇ ਹਰੀ ਦੋ ਹੈ ਨਹੀਂ ਨਾ, ਇੱਕੋ ਹੀ ਹੈ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਪਰਮੇਸ਼ਰ ਹੀ ਗੁਰੂ ਨਾਨਕ ਬਣਿਆ, ਪਰਮੇਸ਼ਰ ਹੀ ਗੁਰੂ ਗੋਬਿੰਦ ਸਿੰਘ ਹੈ, ਪਰਮੇਸ਼ਰ ਹੀ ਗੁਰੂ ਗ੍ਰੰਥ ਸਾਹਿਬ ਹੈ। ਕੋਈ ਦੋ ਥੋੜਾ ਨੇ। ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਪਰਮੇਸ਼ਰ ਇੱਕੋ ਹੀ ਹੈ। ਕਹਿੰਦੇ ਪਰ ਘਾਲਣਾ ਲਹਿਣੇ ਨੇ ਘਾਲੀ ਹੈ। ਘਾਲਣਾ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਬਾਬਾ ਨੇ ਗੁਰ ਸਿੱਖ ਲੈਣਾ ਆਇਆ। ਗੁਰੂ ਨਾਨਕ ਦੇ ਅਵਤਾਰ ਹੀ ਹੈ। ਗੁਰੂ ਨਾਨਕ ਸਾਹਿਬ ਦਾ ਗੁਰਤਾ ਗੱਦੀ ਦਿਵਸ ਨਹੀਂ ਕੋਈ ਮਨਾਉਂਦਾ, ਉਹਨਾਂ ਦੀ ਗੁਰਤਾ ਗੱਦੀ ਦਾ ਕੋਈ ਦਿਹਾੜਾ ਮਨਾਉਂਦੇ ਆਪਾਂ, ਅਵਤਾਰ ਪੁਰਬ ਵੀ ਮਨਾਉਂਦੇ ਹਾਂ ਜਾਂ ਜੋਤੀ ਜੋਤ ਸਮਾਣਾ ਮਨਾਉਂਦੇ ਹਾਂ। ਪਰ ਗੁਰੂ ਅੰਗਦ ਦੇਵ ਜੀ ਦਾ ਮਹਾਰਾਜ ਦਾ ਜਿੱਥੇ ਪ੍ਰਕਾਸ਼ ਪੁਰਬ ਮਨਾਉਂਦੇ ਹਾਂ, ਉੱਥੇ ਉਹਨਾਂ ਦਾ ਗੁਰਤਾ ਗੱਦੀ ਦਿਵਸ ਵੀ ਮਨਾਉਂਦੇ ਹਾਂ। ਇਹ ਚੱਲਦੀ ਆਈ ਖੇਡ ਜਦੋਂ ਮਹਾਰਾਜ ਨੇ ਨੰਗੀ ਤੇਗ ਲੈ ਕੇ ਲਲਕਾਰਿਆ, ਉਦੋਂ ਗੁਰੂ ਕੇ ਸਿੱਖ ਪੰਜ ਨਿਤਰੇ, ਉਹਨਾਂ ਪੰਜਾਂ ਨੂੰ ਪਿਆਰੇ ਆਖਿਆ, ਉਹਨਾਂ ਵਿੱਚ ਵਾਸਾ ਕਰ ਲਿਆ। ਕਲਗੀਧਰ ਪਾਤਸ਼ਾਹ ਕਹਿੰਦੇ ਹੁਣੇ ਮੇਰੇ ਤੋਂ ਵੀ ਵੱਧ ਗਏ ਹਨ। ਸਤ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਆਪੇ ਗੁਰ ਚੇਲਾ ਹੈ, ਆਪੇ ਹਰ ਪਗ ਚੋਜ ਵਿਡਾਣੀ। ਜਿਹੜਾ ਆਪ ਹੀ ਗੁਰੂ ਹੈ, ਉਹ ਆਪ ਹੀ ਚੇਲਾ ਬਣਿਆ ਹੈ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਉਸ ਖਾਲਸੇ ਨੂੰ ਇੰਨਾ ਮਾਣ ਦਿੱਤਾ, ਕਹਿਣ ਲੱਗੇ ਮੇਰਾ ਸਿੱਖ ਹਰੀ ਤੋਂ ਵੀ ਵੱਡਾ ਹੈ, ਗੁਰੂ ਤੋਂ ਵੀ ਵੱਡਾ ਹੈ। ਕਿਵੇਂ ਵੱਡਾ? ਜਦੋਂ ਜਿਵੇਂ ਗਿਆਨੀ ਜੀ ਅਖੀਰ ਵਿੱਚ ਕਹਿ ਗਏ ਨੇ ਵੀ ਆਪਾ ਭਾਵ ਗਵਾ ਲੈਂਦਾ, ਤਾਂ ਜਦੋਂ ਆਪ ਇੱਧਰੋਂ ਮਰ ਜਾਂਦਾ, ਆਪਣੀ ਜਾਤ, ਆਪਣੀ ਪਾਤ, ਆਪਣੀ ਸਿਆਣਪ, ਆਪਣੀ ਹਸਤੀ, ਆਪਣਾ ਵਿਅਕਤੀਤਵ ਸਭ ਮਿਟਾ ਲੈਂਦਾ, ਉਦੋਂ ਫਿਰ ਦਾਣਾ ਹੋਏ ਖਸਕਾਸ ਦਾ, ਹੋਏ ਧੂੜੀ ਵਿੱਚ ਧਸਾ। ਨਿੱਕਾ ਜਿਹਾ ਦਾਣਾ ਹੁੰਦਾ ਖਸਕਾਸ ਦਾ, ਉਹ ਵੀ ਆਪਣੀ ਉਨੀ ਕੁ ਹਸਤੀ ਵੀ ਨਹੀਂ ਰੱਖਦਾ। ਉਹਨਾਂ ਵੀ ਉਹ ਨਾ ਰੜਕੇ ਕੀ ਕਰਦਾ, ਮਿੱਟੀ ਵਿੱਚ ਧੂੜੀ ਬਣ ਜਾਂਦਾ। ਤੇ ਫਿਰ ਉਹਦੇ ਉੱਤੇ ਸਾਧ ਸੰਗਤ ਜੀ ਛਤਰ ਝੂਲਦੇ ਨੇ। ਫਿਰ ਛਤਰ ਝੂਲਦੇ ਨੇ। ਪਾਤਸ਼ਾਹ ਦੀ ਮਜਲਿਸ ਹੈ, ਬਿਰਮ ਪਿਆਲਾ ਪੀਵਣ ਭਾਰੀ। ਭਾਈ ਗੁਰਦਾਸ ਨੇ ਆਪਣੀ ਵਾਰਾਂ 'ਚ ਬੜਾ ਖੁੱਲ੍ਹ ਕੇ ਲਿਖਿਆ। ਅੱਜ ਕੱਲ੍ਹ ਲੋਕਾਂ ਦਾ ਹਾਜ਼ਮਾ ਹੀ ਨਹੀਂ ਪੂਰੀ ਗੱਲ ਸੁਣਾ ਸਕੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਸਰੋਤੇ ਦੇ ਵਿੱਚ ਵੀ ਸਮਰੱਥਾ ਹੋਣੀ ਚਾਹੀਦੀ ਹੈ। ਬਖਤਾ ਕਿਆ ਕਰੇ ਜੇ ਸਰੋਤਾ ਸਮਝ ਨਾ ਸਕੇ ਤਾਂ। ਕਹਿੰਦੇ ਛਤਰ ਝੂਲਦੇ ਨੇ ਫਿਰ ਉਹਦੇ ਸਿਰ ਤੇ। ਫਿਰ ਉਹ ਬਾਦਸ਼ਾਹ ਦੀ ਸਭਾ ਵਿੱਚ ਪ੍ਰਵਾਨ ਚੜ੍ਹਦਾ। ਪਹਿਲਾਂ ਆਪਣੀ ਹਸਤੀ ਮਿਟਾਉਂਦਾ। ਸਿੱਖ ਆਪਣੀ ਸੰਸਾਰ ਦੀ ਸਾਰੀ ਹਸਤੀ ਮਿਟਾ ਕੇ ਗੁਰੂ ਦੇ ਦਰਬਾਰ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਉੱਥੇ ਫਿਰ ਉਸ ਨੂੰ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ ਕਿਹਾ ਹੈ। ਇਹ ਬੜੀ ਵੱਡੀ ਖੇਡ ਸੀ ਜਿਹੜੀ ਸੰਸਾਰ ਦੇ ਲੋਕਾਂ ਦੀ ਸਮਝ ਤੋਂ ਪਰੇ ਸੀ। ਗੁਰੂ ਸਾਹਿਬ ਜੀ ਨੇ 10 ਜਾਮਿਆਂ ਵਿੱਚ ਉਹ ਕਲਾ ਵਰਤਾਈ। ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ। 10ਵੇਂ ਪਾਤਸ਼ਾਹ ਨੇ ਇਹ ਵੀ ਬਚਨ ਲਿਖੇ ਨੇ, ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਲਿਓ ਸੁਭ ਬੰਸ ਪ੍ਰਧਾਨਾ। ਗੁਰੂ ਨਾਨਕ ਆਪ ਹੀ ਪਰਮੇਸ਼ਰ ਹੈ, ਆਪ ਨਿਰੰਕਾਰ ਹੈ। ਉਹ ਦੁਨੀਆ ਤੇ ਅਵਤਾਰ ਧਾਰ ਕੇ ਪ੍ਰਗਟ ਹੋਏ ਨੇ। ਅੱਜ ਕੱਲ੍ਹ ਕਈਆਂ ਨੂੰ ਅਵਤਾਰ ਸ਼ਬਦ ਤੋਂ ਵੀ ਬੜੀ ਐਲਰਜੀ ਜਿਹੀ ਹੋ ਜਾਂਦੀ ਹੈ। ਇਹਦੇ ਜੀ ਹਿੰਦੂਆਂ ਦੇ ਹੁੰਦੇ ਨੇ ਅਵਤਾਰ। ਕੋਈ ਵੀ ਚੀਜ਼ ਇਹ ਚੁੱਕ ਕੇ ਹਿੰਦੂਆਂ ਦੇ ਵਿਹੜੇ ਸੁੱਟ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਪੜ੍ਹਿਆ ਨਹੀਂ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਅਵਤਰਿਆ ਅਵਤਾਰ ਲੈ, ਸੋ ਪੁਰਖ ਸੁਜਾਨ, ਝਖੜ ਵਾਓ ਨਾ ਡੋਲਈ ਪਰਬਤ ਮੇਰਾਨ। ਉਹ ਪਰਮੇਸ਼ਰ ਸਾਡੇ ਵਿੱਚ ਆਇਆ, ਅਵਤਰਤ ਹੋਇਆ, ਗੁਰੂ ਨਾਨਕ ਦੇ ਰੂਪ ਦੇ ਵਿੱਚ ਹੋਇਆ। ਸਾਧ ਸੰਗਤ ਜੀ, ਜੇ ਹਿੰਦੂ ਮੂੰਹ ਨਾਲ ਰੋਟੀ ਖਾਂਦੇ ਨੇ, ਅਸੀਂ ਹੁਣ ਨਾਲੀ ਲਾ ਲਈਏ ਨੱਕ ਨੂੰ? ਹਾਂ,
ਉਹਨਾਂ ਦੀ ਆਪਣੀ ਹੋਵੇਗੀ। ਸਾਡੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ, ਸਾਡੇ ਹਿਸਾਬ ਨਾਲ ਅਸੀਂ ਉਹ ਗੱਲ ਮੰਨਣੀ ਹੈ। ਜੇ ਗੁਰੂ ਗ੍ਰੰਥ ਸਾਹਿਬ ਨੇ ਨਾ ਲਿਖੀ ਹੋਵੇ ਅਸੀਂ ਨਹੀਂ ਮੰਨਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਗੁਰਬਾਣੀ 'ਚ ਨਾ ਲਿਖੀ ਹੋਵੇ, ਅਵਤਰਿਆ ਅਵਤਾਰ ਲੈ, ਅਵਤਰਤ ਹੋਇਆ, ਪਰਮੇਸ਼ਰ ਆਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੁਨੀਆ ਨੂੰ ਦਰਸ਼ਨ ਦਿੱਤੇ ਨੇ। ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਸੰਸਾਰ ਦੇ ਵਿੱਚ ਸ਼ਬਦ ਗੁਰੂ ਪ੍ਰਕਾਸ਼ਿਓ, ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ, ਸਾਡੇ ਅੰਦਰ ਦਾ ਹਨੇਰਾ ਦੂਰ ਕੀਤਾ। ਤੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ। ਬਾਣੀ ਮੁਖੋਂ ਉਚਾਰੀ ਹੈ, ਹੋਏ ਰੁਸ਼ਨਾਈ ਮਿਟਿਆ ਅੰਧਾਰ। ਬਾਣੀ ਮੁਖੋਂ ਉਚਾਰੀ ਹੈ, ਪ੍ਰਕਾਸ਼ ਕਦ ਨਾਲ ਕੀਤਾ ਹੈ? ਸ਼ਬਦ ਨਾਲ ਕੀਤਾ ਹੈ। ਗੁਰੂ ਨਾਨਕ ਨੇ ਆਪਣੇ ਬੋਲਾਂ ਨਾਲ ਸੱਜਣ ਠੱਗ ਵਰਗਿਆਂ ਦੀ ਰੂਹ ਨੂੰ ਝੰਜੋੜ ਦਿੱਤਾ। ਜਦੋਂ ਆਖਿਆ ਉਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ ਸੋ ਧੋਵਾਂ ਤਿਸ। ਜਿਹੜਾ ਸੱਜਣ ਰੋਜ਼ ਠੱਗੀਆਂ ਮਾਰਦਾ ਸੀ, ਇੱਕ ਪਾਸੇ ਮਸੀਤ ਬਣਾਈ ਸੀ, ਇੱਕ ਪਾਸੇ ਠਾਕਰ ਦੁਆਰਾ ਬਣਾਇਆ ਸੀ, ਤੇ ਧਰਮਸ਼ਾਲ ਬਣਾਈ ਸੀ, ਕਮਰੇ ਬਣਾਏ ਸਨ ਵਧੀਆ ਮੇਨ ਰੋਡ ਦੇ ਉੱਤੇ, ਤੁਲੰਬੇ ਦੀ ਨਗਰੀ। ਅੱਜ ਕੱਲ੍ਹ ਉੱਥੇ ਪਾਕਿਸਤਾਨ ਵਿੱਚ ਪਾਕਿਸਤਾਨ ਗੌਰਮੈਂਟ ਨੇ ਸਰਕਾਰੀ ਹਾਈ ਸਕੂਲ ਬਣਾਇਆ ਹੋਇਆ, ਉਹ ਗੁਰਦੁਆਰਾ ਸਾਹਿਬ। ਪਰ ਮਹਾਰਾਜ ਦਾ ਦਰਬਾਰ ਅਜੇ ਵੀ ਉੱਦਾਂ ਹੀ ਮੌਜੂਦ ਹੈ, ਸੁੰਦਰ ਬਣਿਆ ਹੋਇਆ। ਉਸ ਜਗ੍ਹਾ 'ਤੇ ਉਹ ਬਿਲਡਿੰਗ, ਉਸ ਬਿਲਡਿੰਗ ਦੇ ਵਿੱਚ ਆਉਂਦੇ ਯਾਤਰੂਆਂ ਨੂੰ ਰੱਖਦਾ। ਮੁਸਲਮਾਨਾਂ ਨੂੰ ਵੱਖਰਾ ਖਾਣਾ, ਹਿੰਦੂਆਂ ਨੂੰ ਵੱਖਰਾ ਖਾਣਾ ਮਿਲਦਾ, ਤੇ ਨਿਗਾਹ ਮਾਰ ਕੇ ਦੇਖ ਲੈਂਦਾ ਵੀ ਵਿਸਾਮੀ ਕਿਹੋ ਜਿਹੀ ਹੈ। ਉਸੇ ਹਿਸਾਬ ਨਾਲ ਉਹਨਾਂ ਨੂੰ ਅਟੈਂਡ ਕਰਦਾ। ਜਦੋਂ ਰਾਤ ਨੂੰ ਸੌਂ ਜਾਂਦੇ ਨੇ ਤੇ ਉਹਨਾਂ ਨੂੰ ਜ਼ਹਿਰ ਪਾ ਕੇ ਰੋਟੀ ਵਿੱਚ ਖਾਣੇ 'ਚ ਦੇ ਕੇ ਬੇਹੋਸ਼ ਕਰਕੇ ਮਾਰ ਕੇ ਕਿਸੇ ਖੂਹ 'ਚ ਸਿੱਟ ਦਿੰਦਾ। ਕੱਪੜੇ ਗਹਿਣੇ ਸਭ ਲਾਹ ਲੈਂਦਾ। ਉਹ ਚੌਥੀ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜਾ ਪਹੁੰਚੇ ਤੇ ਉਹਦੀ ਹਾਲਤ ਸ਼ਬਦਾਂ ਨਾਲ ਹੀ ਬਿਆਨ ਕਰ ਦਿੱਤੀ, ਸ਼ਬਦ ਦਾ ਹੀ ਤੀਰ ਮਾਰ ਦਿੱਤਾ। ਕਹਿਣ ਲੱਗੇ ਉਜਲ ਕਹਿਹਾਂ ਚਿਲਕਣਾ, ਕਹਿ ਦਾ ਭਾਂਡਾ ਬੜਾ ਚਿੱਟਾ, ਬੜਾ ਚਮਕਦਾ, ਬੜਾ ਲਿਸ਼ਕਦਾ, ਪਰ ਘੋਟਮ ਕਾਲੜੀ ਮਸ, ਜਿੰਨਾ ਰਗੜੀਏ ਵਿੱਚੋਂ ਕਾਲੀ ਸ਼ਾਹੀ ਨਿਕਲਦੀ ਹੈ। ਅੰਦਰ ਈਰਖਾ ਹੈ, ਦਵੈਸ਼ ਹੈ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅੰਦਰ ਵਿਕਾਰ ਭਰੇ ਪਏ ਨੇ, ਬਾਹਰੋਂ ਚਿੱਟਾ ਚੋੜਾ ਪਾਇਆ ਹੋਇਆ। ਉਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ 100 ਧੋਵਾਂ ਤੇ 100 ਵਾਰੀ ਧੋ ਲਵਾਂ, 1000 ਵਾਰੀ ਕਾਲਖ ਨਿਕਲੀ ਆਉਣੀ। ਜਿਨ੍ਹਾਂ ਨੇ ਕਹਿ ਦੇ ਭਾਂਡੇ ਵੇਖੇ ਨੇ ਉਹਨਾਂ ਨੂੰ ਪਤਾ, ਇੱਥੋਂ ਦੇ ਬੱਚਿਆਂ ਨੇ ਸ਼ਾਇਦ ਕਹਿ ਦੇ ਭਾਂਡੇ ਵੇਖੇ ਹੀ ਨਾ ਹੋਣ। ਹੁਣ ਤੇ ਉੱਥੇ ਇੰਡੀਆ 'ਚ ਵੀ ਨਹੀਂ ਲੱਭਦੇ। ਕਹਿ ਦੇ ਭਾਂਡੇ ਹੁੰਦੇ ਸੀ, ਛੰਨੇ ਹੁੰਦੇ ਸੀ, ਤੇ ਉਹਨਾਂ ਦੇ ਵਿੱਚ ਬੜੀ ਚਮਕ ਹੁੰਦੀ ਸੀ। ਸੁਆਹ ਨਾਲ ਮਾਂਜ ਕੇ ਮਾਈਆਂ ਲਿਸ਼ਕਾ ਕੇ ਪੜਛੱਤੀਆਂ 'ਤੇ ਰੱਖਦੀਆਂ ਹੁੰਦੀਆਂ ਸੀ, ਤੇ ਜੇ ਮਾੜਾ ਜਿਹਾ ਹੱਥ ਨਾਲ ਏਦਾਂ ਰਗੜੀਏ ਨਾ, ਦੇ ਵਿੱਚੋਂ ਕਾਲਖ ਨਹੀਂ, ਅੰਗੂਠਾ ਕਾਲਾ ਹੋ ਜਾਂਦਾ ਸੀ। ਕਹਿੰਦੇ ਜਿੰਨਾ ਘੋਟਾਂਗੇ ਉਨੀ ਕਾਲਖ ਨਿਕਲੇਗੀ। ਇਸੇ ਤਰ੍ਹਾਂ ਇਸ ਬੰਦੇ ਦੇ ਅੰਦਰ ਬਾਹਰੋਂ ਬੜੀ ਚਮਕ ਦਮਕ ਹੈ, ਅੰਦਰ ਕਾਲਖ ਭਰੀ ਪਈ ਹੈ। ਜਦੋਂ ਐਸੇ ਬਚਨ ਦੇ ਤੀਰ ਮਾਰੇ ਤੇ ਸੱਜਣ ਅੰਦਰੋਂ ਸੱਜਣ ਬਣ ਗਿਆ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਿਸਨ। ਬਦਲ ਦਿੱਤਾ ਗੁਰੂ ਨਾਨਕ ਨੇ ਸਾਰੇ ਸੰਸਾਰ ਨੂੰ। ਸ਼ਬਦ ਦਾ ਤੀਰ ਮਾਰਿਆ। ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ, ਲਾਗਤ ਹੀ ਭੋਏ ਮਿਲ ਗਿਆ ਪਰਿਆ ਕਰੇ ਜੇ ਛੇਕ। ਐਸਾ ਤੀਰ ਮਾਰਿਆ ਸ਼ਬਦ ਦਾ। ਸੋ ਗੁਰੂ ਨਾਨਕ ਆਪ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ, ਉਹਨਾਂ ਦੀ ਰੱਬੀ ਅਕਾਲੀ ਧੁਰ ਕੀ ਬਾਣੀ ਦੀ ਕਥਾ ਸਾਧ ਸੰਗਤ ਜੀ ਇਸ ਗੁਰ ਅਸਥਾਨ ਤੇ ਗੁਰ ਦਰਬਾਰ ਵਿੱਚ ਆਪ ਜੀ ਰੋਜ਼ ਸਰਵਣ ਕਰ ਰਹੇ ਹੋ। ਸਤਿਕਾਰਯੋਗ ਸਿੰਘ ਸਾਹਿਬ ਜੀ, ਗਿਆਨੀ ਧਰਮਵੀਰ ਸਿੰਘ ਜੀ ਵੀ ਆਪ ਜੀ ਨੂੰ ਕਥਾ ਸੁਣਾਉਂਦੇ ਇਸ ਅਸਥਾਨ ਤੇ ਲੜੀਵਾਰ। ਬਾਹਰੋਂ ਆਏ ਹੋਏ ਵਿਦਵਾਨਾਂ ਦਾ ਵੀ ਆਪ ਜੀ ਸਨਮਾਨ ਕਰਦੇ ਹੋ, ਸਮਾਂ ਦਿੰਦੇ ਹੋ। ਸੋ ਆਓ, ਅੱਜ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬੋਲ ਹਨ। ਇਹ ਜਦੋਂ ਗੁਰੂ ਸਾਹਿਬ ਜੀ ਦੀ ਬਾਣੀ ਆਉਂਦੀ ਹੈ ਨਾ, ਇਹ ਭਾਵਨਾ ਹੋਣੀ ਚਾਹੀਦੀ ਹੈ ਵੀ ਸਤਿਗੁਰੂ ਕੋਲ ਹੀ ਬੈਠੇ ਨੇ ਤੇ ਬੋਲ ਰਹੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ 10 ਪਾਤਸ਼ਾਹੀਆਂ ਦੀ ਜਾਗਦੀ ਜੋਤ ਹੈ। ਇਹ ਗੁਰੂਆਂ ਦਾ ਵੀ ਗੁਰੂ ਹੈ। ਆਖੋ ਸ੍ਰੀ ਵਾਹਿਗੁਰੂ। ਕਈ ਲੋਕ ਉਹ ਭਾਵਨਾ ਨਹੀਂ ਬਣਾ ਪਾਉਂਦੇ, ਸਾਡੇ 'ਚ ਨਹੀਂ ਬਣਦੀ ਭਾਵਨਾ। ਪਰ ਭਾਵਨਾ ਇਹ ਹੈ, ਸੱਚਾਈ ਇਹ ਹੈ ਵੀ ਜਦੋਂ ਵੀ ਗੁਰੂ ਸਾਹਿਬ ਆਉਂਦੇ ਸੀ ਨਾ, ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ, ਆਪ ਥੱਲੇ ਬੈਠਦੇ
ਸ਼ਬਦ ਗੁਰੂ ਦਾ ਸਤਿਕਾਰ ਕਰਦੇ। ਛੇਵੇਂ ਪਾਤਸ਼ਾਹ ਹੁੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ, ਆਪ ਨੀਵੇਂ ਹੋ ਕੇ ਬੈਠਦੇ। ਤੇ ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਪੰਥ ਨੇ ਪੁੱਛਿਆ, ਮਹਾਰਾਜ ਕਿਹਦੇ ਲੜ ਲਾ ਚੱਲੇ ਹੋ? ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਗਿਆ ਪਈ ਅਕਾਲ ਕੀ ਤਬੈ ਚਲਾਇਓ, ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਰੇ ਹੀ ਗੁਰੂ ਸਾਹਿਬ ਬਿਰਾਜਮਾਨ ਹਨ। ਜਦੋਂ ਮਹਾਰਾਜ ਦਾ ਹੁਕਮਨਾਮਾ ਆਉਂਦਾ ਵੀ ਮਹਾਰਾਜ ਹੀ ਬੋਲ ਰਹੇ ਹਨ, ਇੱਦਾਂ ਦੀ ਭਾਵਨਾ ਰੱਖੋਗੇ ਤੇ ਤੁਹਾਨੂੰ ਇਹਨਾਂ ਬੋਲਾਂ ਦਾ ਬੜਾ ਲਾਭ ਪ੍ਰਾਪਤ ਹੋਵੇਗਾ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਮਾਰੂ ਰਾਗ ਵਿੱਚ 16 ਉਚਾਰਨ ਕੀਤੇ ਹੈ। ਬੜੀ ਸੂਖਮ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵਿਚਾਰ ਲੈਂਦੇ ਹੁੰਦੇ ਹੈ। ਅੱਜ ਯੁੱਗਾਂ ਦੇ ਪ੍ਰਥਾਏ ਗੱਲ ਕੀਤੀ ਹੈ। ਆਓ 4 ਯੁੱਗ ਜਿਹੜੇ ਵਰਤੇ ਹਨ, 4 ਯੁੱਗਾਂ ਦਾ ਕੀ ਵਰਤਾਰਾ ਸੀ, ਕਿੱਦਾਂ ਕਿੱਦਾਂ ਹੋਇਆ, ਉਹ ਸਾਹਿਬ ਜੀ ਲਿਖ ਰਹੇ ਨੇ। ਪਿਆਰ ਨਾਲ ਸਰਵਣ ਕਰੀਏ, ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਏ ਗੁਰੂ ਸਾਹਿਬ ਜੀ। ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ, ਆਦਿ ਜੁਗਾਤੀ ਅਪਰ ਅਪਾਰੇ। ਮਹਾਰਾਜ ਕਹਿੰਦੇ ਆਦਿ ਜੁਗਾਲ ਤੋਂ ਪਰਮਾਤਮਾ ਅਪਰੰਪਾਰ ਹੀ ਹੈ। ਉਹਦਾ ਭੇਦ, ਉਹਦਾ ਪਾਰਾਵਾਰ ਕੋਈ ਨਹੀਂ ਪਾ ਸਕਿਆ। ਆਦਿ ਮੁੱਢ ਕਦੋਂ ਤੋਂ ਹੈ? ਸਾਲ ਨਹੀਂ ਗਿਣੇ ਜਾ ਸਕਦੇ। ਤੁਸੀਂ ਸਾਲਾਂ ਦਾ ਹਿਸਾਬ ਲਾਉਂਦੇ ਹੋ ਸਾਧ ਸੰਗਤ ਜੀ। ਆਪਾਂ ਵੀ ਸਾਰੇ ਆਪਾਂ ਇਹ ਕਹਾਂਗੇ 1 ਲੱਖ ਸਾਲ ਪਹਿਲਾਂ ਹੋਇਆ ਹੋਵੇਗਾ। ਹੁਣ ਲੱਖ ਸਾਲ ਤੋਂ ਪਹਿਲਾਂ ਟਾਈਮ ਖਤਮ ਸੀ। ਫਿਰ ਕਰੋੜ ਦੇ ਚਲੇ ਜੋ, ਕਰੋੜ ਸਾਲ ਪਹਿਲਾਂ ਹੋਇਆ ਹੋਵੇਗਾ। ਤੇ ਕਰੋੜ ਤੋਂ ਪਹਿਲਾਂ ਕੀ ਹੋਏਗਾ? ਅਰਬਾਂ ਸਾਲ, ਖਰਬਾਂ ਸਾਲ। ਜਿੱਥੇ ਸਾਡੀ ਗਿਣਤੀ ਮੁੱਕੇਗੀ ਉਸ ਤੋਂ ਪਰੇ ਆਖੋ ਸ੍ਰੀ ਵਾਹਿਗੁਰੂ। ਬੰਦਾ ਕੀ ਕਹੇਗਾ? ਮਹਾਰਾਜ ਕਹਿੰਦੇ ਵਕਤ ਨਾ ਪਾਇਓ ਘਾਦੀਆ, ਜੇ ਲਿਖਣ ਲੈ ਕੁਰਾਨ। ਥਿਤਵਾਰ ਨਾ ਜੋਗੀ ਜਾਣਾ, ਰੁਤਮਾ ਨਾ ਕੋਈ ਨਹੀਂ ਜਾਣ। ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣਾ ਸੋਈ। ਉਹ ਗੱਲ ਆਪ ਹੀ ਜਾਣਦਾ। ਆਦ ਜੁਗਾਦੀ ਅਪਰੇ ਅਪਾਰੇ, ਆਦ ਜੁਗਾਦੀ ਅਪਰੇ ਅਪਾਰੇ, ਜੁਗਾਦੀ ਅਪਰੇ ਅਪਾਰੇ, ਆਦ ਜੁਗਾਦੀ ਅਪਰੇ ਅਪਾਰੇ, ਆਦ ਜੁਗਾਦੀ ਅਪਰੇ ਅਪਾਰੇ, ਆਦ ਜੁਗਾਦੀ ਅਪਰੇ ਅਪਾਰੇ, ਜੁਗਾਦੀ ਅਪਰੇ ਅਪਾਰੇ, ਆਦ ਜੁਗਾਦੀ ਅਪਰੇ ਅਪਾਰੇ। ਆਦ ਜੁਗਾਦ ਤੋਂ ਜਦੋਂ ਯੁਗਾਂ ਦੀ ਮਰਿਆਦਾ ਸ਼ੁਰੂ ਹੋਈ ਟਾਈਮ ਦੀ, ਕਿਉਂਕਿ ਦਿਸ਼ਾ ਔਰ ਕਾਲ, ਟਾਈਮ ਔਰ ਸਾਈਡ। ਦਿਸ਼ਾ ਮੈਨੇ ਸਾਈਡ, ਈਸਟ, ਵੈਸਟ, ਨਾਰਥ ਤੇ ਸਾਊਥ, 4 ਮੇਨ ਨੇ। 4 ਉਹਨਾਂ ਦੇ ਵਿੱਚ ਵੀ ਨੇ ਸਾਈਡਾਂ, ਕੋਨਾਂ। ਸਾਡੀ ਬੋਲੀ ਜਿਹਨੂੰ ਕਹਿੰਦੇ ਨੇ ਅਗਨੀ ਕੌਣ, ਨੈਰਤ ਕੌਣ, ਈਸਾਨ ਕੌਣ ਤੇ ਵਾਵੀ ਕੌਣ। ਕਿੰਨੀਆਂ ਹੋ ਗਈਆਂ? 8। ਉੱਤਰ, ਦੱਖਣ, ਪੂਰਬ, ਪੱਛਮ, ਈਸਾਨ ਕੌਣ, ਨੈਰਤ ਕੌਣ, ਅਗਨੀ ਕੌਣ, ਵਾਵੀ ਕੌਣ। 8 ਹੋ ਗਈਆਂ। ਥੱਲੇ ਤੇ ਉੱਤੇ ਕਿੰਨੀਆਂ ਹੋ ਗਈਆਂ? 10। ਮਹਾਰਾਜ ਦੀ ਬਾਣੀ ਚ ਆਉਂਦਾ ਦਹਿ ਦਿਸ। ਦਹਿ ਦਿਸ ਆਉਂਦਾ ਨਾ 10 ਦਿਸ਼ਾ। 10 ਦਿਸ਼ਾ ਨੇ, ਈਸਟ, ਵੈਸਟ, ਨਾਰਥ, ਸਾਊਥ ਤੇ ਉਹਨਾਂ ਦੇ ਵਿਚਕਾਰਲੇ ਕੋਨੇ। 4 ਦੇ 4, 8 ਪੈਰਾਂ ਦੇ ਥੱਲੇ ਦੇ ਸਿਰ ਦੇ ਉੱਤੇ। ਇਹ 10 ਦਿਸ਼ਾ ਕਿਸ ਨੇ ਬਣਾਈਆਂ ਹਨ? ਉਸ ਵਾਹਿਗੁਰੂ ਨੇ। ਇਹ ਉਹਦੀ ਖੇਡ ਹੈ। ਬਣਾਈਆਂ ਨੇ, ਬਣੀਆਂ ਨੇ, ਰਚਨਾ ਹੋਈ ਹੈ। ਜਿੱਥੇ ਇਹਦੀ ਰਚਨਾ ਹੋਈ ਹੈ, ਇਹਦੇ ਵਿੱਚ ਰਚਨਾ ਹੋਈ ਹੈ, ਉੱਥੇ ਟਾਈਮ ਦੇ ਵਿੱਚ ਵੀ ਹੈ। ਕਾਲ ਨੂੰ ਹਰ ਇੱਕ ਚੀਜ਼ ਦਾ ਸਧਾਰਨ ਕਾਰਨ ਮੰਨਿਆ ਜਾਂਦਾ। ਕੋਈ ਵੀ ਚੀਜ਼, ਕਾਲ ਟਾਈਮ ਜ਼ਰੂਰ ਰਹੇਗਾ। ਨਿੱਕੀ ਤੋਂ ਨਿੱਕੀ ਸੂਈ ਵੀ ਲੈ ਲਓ ਨਾ, ਉਹਦਾ ਵੀ ਟਾਈਮ ਹੋਵੇਗਾ। ਬਣਨ ਦਾ ਵੀ ਟਾਈਮ ਹੋਵੇਗਾ, ਉਹਦੇ ਰਹਿਣ ਦਾ ਵੀ ਟਾਈਮ ਹੋਵੇਗਾ, ਟੁੱਟਣ ਦਾ ਵੀ ਟਾਈਮ ਹੋਵੇਗਾ।
कोई पशु पंछी कीड़ा मकोड़ा महाराज कहते काल पाए ब्रह्मा बप तरा होर ते होर जिहने दुनिया बनाई ब्रह्मा ने वो भी काल दे अंदर है, बाहर नहीं। टाइम दे अंदर है सारा कुछ। काल मैंने टाइम, टाइमलैस कोई चीज नहीं है। काल तो परे एक अकाल पुरखी है, बाकी सब काल दे दी। जदों परमेश्वर सृष्टि रचदा है ਉਹਦੇ ਵਿੱਚ ਦਿਸ਼ਾ ਤੇ ਕਾਲ ਇਹ ਦੋ ਬੜੀਆਂ ਵੱਡੀਆਂ ਤਾਕਤਾਂ ਨੇ। ਦਿਸ਼ਾ ਜਿਹਨੂੰ ਆਪਾਂ ਸਾਈਡ ਕਹਿੰਦੇ ਆ, ਸਾਊਥ ਨਾਰਥ, ਜੋ ਚਾਰ ਨੇ ਜਾਂ 8 ਨੇ ਜਾਂ 10 ਨੇ। ਇੱਦਾਂ ਟਾਈਮ ਵੀ ਅਸੀਂ 3 ਤਰ੍ਹਾਂ ਦੇ ਮੰਨੇ ਹੋਏ ਨੇ, ਪਾਸਟ, ਪ੍ਰੈਜ਼ੈਂਟ ਤੇ ਫਿਊਚਰ। ਬੀਤ ਚੁੱਕਾ, ਆਉਣ ਵਾਲਾ ਜਿਹੜਾ ਚੱਲ ਰਿਹਾ ਹੈ, ਭੂਤਕਾਲ, ਵਰਤਮਾਨ ਕਾਲ ਤੇ ਭਵਿੱਖ ਕਾਲ। ਅੱਛਾ ਇਹ ਦੱਸੋ ਇਹਨਾਂ ਤਿੰਨਾਂ ਕਾਲਾਂ ਦੇ ਵਿੱਚ 4 ਦਿਸ਼ਾ ਦੇ ਵਿੱਚ ਕੌਣ ਵਰਤ ਰਿਹਾ ਹੈ? ਆਦ ਜੁਗਾਦੀ ਅਪਰ ਅਪਾਰੇ, ਆਦ ਜੁਗਾਦੀ ਅਪਰ ਅਪਾਰੇ, ਆਦ ਜੁਗਾਦੀ ਅਪਰ ਅਪਾਰੇ, ਆਦ ਜੁਗਾਦੀ ਅਪਰ ਅਪਾਰੇ। ਉਹ ਆਦ ਜੁਗਾਦੀ ਵਾਹਿਗੁਰੂ ਅਪਰੰਪਾਰ ਪਰਮੇਸ਼ਰ ਸਾਰੇ ਪਾਸੇ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ। ਜਿਹੜੀਆਂ 4 ਮੁੱਖ ਦਿਸ਼ਾ ਨੇ, 4 ਦਿਸ਼ਾ, ਚਤੁਰ ਦਿਸ਼ਾ, ਈਸਟ ਵੈਸਟ ਨਾਰਥ ਸਾਊਥ ਦੇ ਵਿੱਚ ਬਲ ਆਪਣਾ ਕੀਤਾ ਹੋਇਆ, ਆਪਣੀ ਸ਼ਕਤੀ ਹੈ। ਪੂਰਬ ਪੱਛਮ ਉੱਤਰ ਦੱਖਣ ਵਿੱਚ ਆਪ ਬੈਠਾ ਹੋਇਆ, ਆਪ ਵਰਤ ਰਿਹਾ ਹੈ। ਜਿੱਥੇ ਉਹ ਪਰਮਾਤਮਾ ਦਿਸ਼ਾ ਵਿੱਚ ਵਰਤ ਰਿਹਾ ਉੱਥੇ ਉਸਨੇ ਟਾਈਮ ਦਾ ਵੀ ਵਿਭਾਜਨ ਕੀਤਾ। ਅਸੀਂ ਵੀ ਟਾਈਮ ਵਿੱਚ ਜੀ ਰਹੇ ਹਾਂ, ਟਾਈਮ ਤੋਂ ਲੈਸ ਨਹੀਂ ਆਪਾਂ ਹੋ ਸਕਦੇ। ਆਦ ਨਿਰੰਜਨ ਖਸਮ ਹਮਾਰੇ। ਉਹ ਜਿਹੜਾ ਟਾਈਮ ਦੇ ਵਿੱਚ ਹੈ, ਉਹ ਜਿਹੜਾ ਟਾਈਮ ਤੋਂ ਬਾਹਰ ਹੈ, ਟਾਈਮ ਦੇ ਵਿੱਚ ਵੀ ਹੈ, ਉਹ ਕਾਲ ਰੂਪ ਹੈ। ਜਦੋਂ ਟਾਈਮ ਤੋਂ ਬਾਹਰ ਹੈ ਉਹ ਅਕਾਲ ਰੂਪ ਹੈ। ਕਾਰਨ ਕੋ ਕਾਲ ਮਹਾਕਾਲ ਹੂੰ ਕੋ ਕਾਲ ਹੈ। ਉਹ ਕਾਲ ਦਾ ਵੀ ਕਾਲ, ਅਕਾਲ ਨੂੰ ਵੀ ਖਾ ਜਾਂਦਾ। ਜਿੱਥੇ ਟਾਈਮ ਖਤਮ ਹੋ ਜਾਂਦਾ, ਸਮਾਂ ਖਤਮ ਹੋ ਜਾਂਦਾ, ਇੱਕ ਐਸੀ ਅਵਸਥਾ ਹੁੰਦੀ ਹੈ। ਹੁਣ ਸਾਰੀਆਂ ਗੱਲਾਂ ਸਟੇਜ ਤੇ ਕਰਨੀਆਂ ਔਖੀਆਂ ਹੁੰਦੀਆਂ ਕਿਉਂਕਿ ਉਹ ਸਾਰਿਆਂ ਦੀ ਪਕੜ 'ਚ ਨਹੀਂ ਆਉਂਦੀਆਂ। ਇੱਕ ਅਵਸਥਾ ਹੁੰਦੀ, ਭਾਈ ਗੁਰਦਾਸ ਜੀ ਨੇ ਆਪਣੇ ਕਵਿਤ ਸਵਈਆਂ 'ਚ ਲਿਖੀਆਂ ਨੇ। ਉਹ ਕਹਿੰਦੇ ਕਾਲ ਕਾ ਅਕਾਲ ਪਏ, ਕਾਲ ਤੋਂ ਅਕਾਲ ਹੋ ਜਾਂਦੇ ਨੇ ਮਹਾਂਪੁਰਸ਼। ਉੱਥੇ ਕਾਲ ਰਹਿੰਦਾ ਨਹੀਂ, ਉਹਨਾਂ ਨੂੰ ਅਕਾਲੀ ਕਹਿੰਦੇ ਨੇ। ਅਕਾਲੀ ਬਾਬਾ ਫੂਲਾ ਸਿੰਘ ਜੀ ਅੱਜ ਤਾਂ ਮੇਰੇ ਵਰਗੇ ਸਾਰੇ ਹੀ ਅਕਾਲੀ ਬਣੇ ਫਿਰਦੇ। ਜਿਵੇਂ ਹੁਣੇ ਭਾਈ ਸਾਹਿਬ ਕਹਿ ਰਹੇ ਵੀ ਸਿੱਖ ਕਹਾਉਣਾ ਸੌਖਾ ਪਰ ਸਿਦਕ ਨਿਭਾਉਣਾ ਔਖਾ ਹੈ, ਅਕਾਲੀ ਕਹਾਉਣਾ ਸੌਖਾ ਹੈ, ਬਾਬਾ ਫੂਲਾ ਸਿੰਘ ਬਣਨਾ ਔਖਾ ਹੈ। ਕਾਲ ਤੋਂ ਪਰੇ ਹੋ ਜਾਂਦੇ, ਕਾਲ ਉਹਨਾਂ ਨੂੰ ਮਾਰ ਨਹੀਂ ਸਕਦਾ, ਉਹ ਕਾਲ ਨੂੰ ਪਛਾੜ ਦਿੰਦੇ ਹੈ। ਆਪ ਜੁਗਾਦੀ ਅਪਰ ਅਪਾਰੇ, ਉਹ 4 ਯੁੱਗਾਂ ਦੇ ਵਿੱਚ ਤੇ 4 ਯੁੱਗਾਂ ਦਾ ਪਰੇ ਵੀ ਆਪ ਹੀ ਹੈ। ਸੋ ਐਸਾ ਵਾਹਿਗੁਰੂ ਯੁੱਗਾਂ ਵਿੱਚ, ਯੁੱਗਾਂ ਦੇ ਮੁੱਢ ਵਿੱਚ ਆਪ ਹੈ। ਆਦ ਨਿਰੰਜਨ ਖਸਮ ਹਮਾਰੇ, ਉਹ ਸਭ ਤੋਂ ਪਹਿਲੇ ਹੈ। ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਹੁੰਚੇ ਨੇ ਬਗਦਾਦ ਵਿੱਚ, ਤੇ ਬਗਦਾਦ ਦਾ ਪੀਰ ਦਸਤਗੀਰ ਗੁਰੂ ਸਾਹਿਬ ਕੋਲ ਕੁਝ ਸਵਾਲ ਲੈ ਕੇ ਆਏ। ਉਹਨੇ 3 ਸਵਾਲ ਕੀਤੇ। ਕਹਿਣ ਲੱਗਾ ਮਹਾਰਾਜ ਤੁਸੀਂ ਰੱਬ ਦੇ ਬਾਰੇ, ਅੱਲਾ ਦੇ ਬਾਰੇ, ਖੁਦਾ ਦੇ ਬਾਰੇ ਕੋਈ ਜਾਣਕਾਰੀ ਰੱਖਦੇ ਹੋ ਤਾਂ ਮੈਨੂੰ ਦੱਸੋ, ਖੁਦਾ ਤੋਂ ਪਹਿਲੇ ਕੀ ਸੀ? ਮਹਾਰਾਜ ਕਹਿੰਦੇ ਪੀਰ ਜੀ ਤੁਸੀਂ ਸਾਡੇ ਤੋਂ ਜਵਾਬ ਲੈਣਾ ਚਾਹੁੰਦੇ, ਸਾਡੇ ਆਖੇ ਲਾ ਕੇ 10 ਤਾਈਂ ਗਿਣਤੀ ਸੁਣਾ ਦਿਓ। ਤੁਹਾਨੂੰ ਗਿਣਤੀ ਆਉਂਦੀ ਹੈ? ਕਹਿੰਦਾ ਹਾਂ ਜੀ, ਮੈਂ 10 ਤਾਈਂ ਸੁਣਾਓ ਖਾਂ। ਕਹਿੰਦਾ 1 2 3 4 5 6 7 8 9 10। ਮਹਾਰਾਜ ਕਹਿੰਦੇ ਤੁਹਾਡੀ ਗਿਣਤੀ ਦਰੁਸਤ ਨਹੀਂ ਹੋਈ, ਠੀਕ ਨਹੀਂ ਹੋਈ, ਦੁਬਾਰਾ ਕਰੋ। ਫਿਰ ਕਹਿੰਦਾ 1 2 3 4 5। ਮਹਾਰਾਜ ਕਹਿੰਦੇ ਰੁਕ ਜਾਓ, ਅਜੇ ਵੀ ਠੀਕ ਨਹੀਂ ਹੋਈ, ਫਿਰ ਕਰੋ ਦੁਬਾਰਾ। ਕਹਿੰਦਾ 1। ਮਹਾਰਾਜ ਕਹਿੰਦੇ ਰੁਕੋ, 1 ਤੋਂ ਪਹਿਲਾਂ ਵੀ ਬੋਲੋ ਕੁਛ। ਕਹਿੰਦਾ ਜੀ 1 ਤੋਂ ਪਹਿਲਾਂ ਤਾਂ ਕੁਛ ਨਹੀਂ। ਕਹਿੰਦੇ ਫਿਰ ਖੁਦਾ ਤੋਂ ਪਹਿਲੇ ਕੁਛ ਨਹੀਂ। ਆਦ ਨਿਰੰਜਨ ਖਸਮ ਹਮਾਰੇ, ਸਾਡੇ ਖਸਮ ਜੀ, ਸਾਡੇ ਮਾਲਕ ਜੀ, ਸਾਡੇ ਵਾਹਿਗੁਰੂ ਜੀ ਆਦ ਹਨ, ਸਭ ਦਾ ਮੁੱਢ ਹਨ, ਸਭ ਤੋਂ ਪਹਿਲੇ ਹੈ। ਆਦ ਸੱਚ, ਜੁਗਾਦ ਸੱਚ ਹੈ, ਵੀ ਸੱਚ, ਨਾਨਕ ਹੋਸੀ ਵੀ ਸੱਚ। ਨਿਰੰਜਨ ਹੈ, ਅੰਜਨ ਕਹਿੰਦੇ ਨੇ ਕਾਲਖ ਨੂੰ। ਕਾਲਖ ਲੱਗਦੀ ਹੈ ਮਾਇਆ ਦੀ। ਇਸ ਜੀਵ ਨੂੰ ਜਿੰਨੇ ਵੀ ਆਪਾਂ ਸੰਸਾਰ 'ਚ ਆਏ ਹਾਂ,
ਸਾਰਿਆਂ ਨੂੰ ਮਾਇਆ ਦੀ ਕਾਲਖ ਲੱਗੀ ਹੋਈ ਹੈ, ਮਾਇਆ 'ਚ ਫਸੇ ਹੋਏ ਆ। ਮਾਇਆ ਇਹ ਸਰੀਰ ਵੀ ਹੈ, ਮਾਇਆ ਪਰਿਵਾਰ, ਮਾਇਆ ਇਕੱਲੇ ਨੋਟ ਨਹੀਂ ਹੁੰਦੇ। ਕਈ ਲੋਕ ਸਮਝਦੇ ਆ ਮਾਇਆ ਸ਼ਾਇਦ ਇਕੱਲੇ ਡਾਲਰ ਹੀ ਹੁੰਦੇ ਨੇ, ਉਹ ਵੀ ਮਾਇਆ ਹੀ ਹੈ। ਉਹ ਮਾਇਆ ਨੂੰ ਚਲਾਉਣ ਦਾ ਇੱਕ ਸਿਸਟਮ ਬਣਿਆ ਹੋਇਆ। ਮਾਇਆ ਹੈ ਜੋ ਚੀਜ਼ ਦਿਸਦੀ ਹੋਵੇ ਪਰ ਹੋਵੇ ਨਾ, ਉਹਨੂੰ ਕਹਿੰਦੇ ਮਾਇਆ। ਹੈ ਕੋਈ ਨਹੀਂ, ਦਿਸਦੀ ਹੈ। ਤੁਸੀਂ ਆਖੋਗੇ ਏਦਾਂ ਕਿਵੇਂ ਹੋ ਸਕਦਾ ਵੀ ਚੀਜ਼ ਦਿਸਦੀ ਹੈ ਤੇ ਹੈ ਕੋਈ ਨਹੀਂ? ਸ਼ੰਕਾ ਕਰੋਗੇ, ਚੀਜ਼ ਹੈ ਕੋਈ ਨਹੀਂ, ਦਿਸਦੀ ਹੈ। ਬਹੁਤ ਚੀਜ਼ਾਂ ਨੇ ਐਸੀਆਂ ਜਿਹੜੀਆਂ ਹੈ ਕੋਈ ਨਹੀਂ ਦਿਸਦੀਆਂ ਨੇ। ਆ ਗਰਮੀ ਆ ਗਈ, ਤੁਸੀਂ 100 ਦੀ ਸਪੀਡ ਤੇ ਗੱਡੀ ਭਜਾਇਆ ਕਰਨੀ ਹੈ ਰੋਡ ਦੇ ਉੱਤੇ, ਤੇ ਅੱਧਾ ਕਿਲੋਮੀਟਰ ਅੱਗੇ ਤੁਹਾਨੂੰ ਦਿਸਦਾ ਵੀ ਹੈ ਤੇ ਤੁਹਾਨੂੰ ਸੜਕ ਗਿੱਲੀ ਦਿਸਦੀ ਹੈ, ਪਰ ਗੱਡੀ ਉੱਥੇ 2 ਮਿੰਟ 'ਚ ਪਹੁੰਚ ਜਾਂਦੀ ਹੈ ਤੇ ਗੱਡੀ ਉਹ ਸੜਕ ਸੁੱਕੀ ਹੁੰਦੀ ਹੈ। ਜੇ ਉਹ ਗਿੱਲ ਹੋਵੇ ਤਾਂ ਉੱਥੇ ਪਹੁੰਚੋ ਤੇ ਪਕੜ ਜਾਵੇ, ਗਿੱਲੀ ਹੈ ਕੋਈ ਨਹੀਂ, ਦੂਰੋਂ ਗਿੱਲੀ ਦਿਸਦੀ ਹੈ। ਹਿਰਨ ਨੂੰ ਮਾਰੂ ਥਲ ਦੇ ਵਿੱਚ ਰੇਤਾ ਚਮਕਦਾ ਲਿਸ਼ਕਦਾ ਦਿਸਦਾ। ਬਾਣੀ 'ਚ ਉਹਦੇ ਬਾਰੇ ਮਹਾਰਾਜ ਨੇ ਮਿਰਗ ਤ੍ਰਿਸ਼ਨਾ ਸ਼ਬਦ ਵਰਤਿਆ, ਪਰ ਕਦੀ ਹਿਰਨ ਦੀ ਪਿਆਸ ਮਿਰਗ ਤ੍ਰਿਸ਼ਨਾ ਦੇ ਚਾਰੂ ਨਾਲ ਨਹੀਂ ਬੁਝੀ, ਪਿਆਸਾ ਹੀ ਮਰ ਜਾਂਦਾ। ਉਹਨੂੰ ਏਦਾਂ ਲੱਗਦਾ ਪਾਣੀ ਹੈ, ਸੂਰਜ ਦੀਆਂ ਕਿਰਨਾਂ ਰੇਤੇ ਤੇ ਪੈਂਦੀਆਂ ਨੇ, ਰੇਤਾ ਚਮਕਦਾ, ਭ੍ਰਾਂਤੀ ਪੈਂਦੀ ਹੈ ਵੀ ਪਾਣੀ ਹੈ। ਲੱਖਾਂ ਸਾਲ ਹੋ ਗਏ ਨੇ, ਇੱਕ ਭ੍ਰਾਂਤੀ ਸਾਡੇ ਪਿਓ ਦਾਦੇ ਪੜਦਾਦਿਆਂ ਨੂੰ ਵੀ ਪਈ ਸੀ, ਸਾਨੂੰ ਵੀ ਬਹੁਤ ਵਾਰੀ ਪਈ, ਤੁਹਾਨੂੰ ਸਾਰਿਆਂ ਨੂੰ ਪਈ ਹੋਣੀ ਹੈ, ਤੇ ਤੁਹਾਡੇ ਪੋਤਰਿਆਂ ਪੜਪੋਤਰੇ ਨੂੰ ਪੈਣੀ। ਉਹ ਹੈ ਵੀ ਰੱਸੀ 'ਚ ਸੱਪ ਦਿਸਦਾ, ਪਰ ਅੱਜ ਤਾਈਂ ਕਦੀ ਕਿਸੇ ਰੱਸੀ ਦੇ ਸੱਪ ਨੇ ਕਿਸੇ ਨੂੰ ਡੰਗ ਮਾਰਿਆ ਕੋਈ ਨਹੀਂ, ਪਰ ਦਿਸਦਾ ਸਾਰਿਆਂ ਨੂੰ। ਜਿਨ੍ਹਾਂ ਨੇ 100 ਵਾਰੀ ਦੇਖਿਆ ਉਹਨੂੰ ਪਤਾ ਵੀ ਰੱਸੀ 'ਚ ਸੱਪ ਭੁਲੇਖਾ ਪਿਆ, ਕੱਲ ਸਵੇਰੇ ਫੇਰ ਪੈ ਸਕਦਾ। ਰੱਸੀ 'ਚ ਸੱਪ ਦਾ ਭੁਲੇਖਾ ਪਹਿਲਾਂ ਪਿਆ, ਦੁਬਾਰਾ ਨਹੀਂ ਪੈਣਾ ਚਾਹੀਦਾ ਸੀ, ਫੇਰ ਪੈਂਦਾ। ਇਹ ਮਹਾਰਾਜ ਦੀ ਮਾਇਆ ਹੈ ਜਿਹੜੀ ਸਭ ਨੂੰ ਭਰਮਾਉਂਦੀ ਆ ਰਹੀ ਹੈ, ਭਰਮਾ ਰਹੀ ਹੈ, ਭਰਮਾਉਂਦੀ ਰਹੇਗੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਓ। ਕਹਿੰਦੇ ਜਿਹਨੇ ਖੰਡ ਬ੍ਰਹਮੰਡ ਮੋਹ ਲਏ ਨੇ, ਅਸੀਂ ਵੀ ਉਹਦੇ 'ਚ ਹੀ ਫਸੇ ਹੋਏ ਹਾਂ। ਉਹ ਮਾਇਆ ਹੈ, ਉਹ ਮਾਇਆ ਦੀ ਕਾਲਖ ਸਭ ਨੂੰ ਲੱਗੀ ਹੋਈ ਹੈ। ਸਾਧ ਸੰਗਤ ਕੋਈ ਹੈ ਜਿਹੜਾ ਮਾਇਆ ਦੀ ਕਾਲਖ ਤੋਂ ਬਚਿਆ? ਮਹਾਰਾਜ ਕਹਿੰਦੇ ਮਾਇਆ ਮੋਹੇ ਦੇਵੀ ਸਭ ਦੇਵਾ। ਦੇਵੀ ਦੇਵਤਿਆਂ ਨੂੰ ਭਰਮ ਪੈ ਗਿਆ। ਨਾਰਦ ਮੁਨੀ ਪਰਮੇਸ਼ਰ ਦਾ ਭਗਤ, ਪਹਿਲਾ ਭਗਤ ਕਹਾਉਂਦਾ, ਉਹ ਬਹੁਤ ਪੁਰਾਤਨ ਹੈ, ਪਰ ਜਦੋਂ ਮਾਇਆ ਦਾ ਜਾਲ ਪਿਆ, ਰਾਜੇ ਦੀ ਕੰਨਿਆ ਦਾ ਰੂਪ ਵੇਖ ਕੇ ਕਹਿੰਦਾ ਇਹਦੇ ਨਾਲ ਵਿਆਹ ਕਰਾਉਣਾ, ਪਰ ਇਹ ਵਰਮਾਲਾ ਉਹਦੇ ਗਲ 'ਚ ਪਾਏਗੀ ਜਿਹੜਾ ਬਾਹਲਾ ਸੋਹਣਾ ਬਣੇਗਾ। ਜਾ ਕੇ ਵਿਸ਼ਨੂੰ ਭਗਵਾਨ ਨੂੰ ਕਹਿੰਦਾ ਮੈਨੂੰ ਆਪਣਾ ਰੂਪ ਦੇ ਦਿਓ। ਉਹਨਾਂ ਨੂੰ ਪਤਾ ਸੀ ਵੀ ਇਹ ਭਗਤ ਤਾਂ ਸਾਡਾ ਹੀ ਆ, ਪਰ ਵਿਚਾਰਾ ਚੱਕਰ 'ਚ ਪੈ ਗਿਆ, ਬਾਂਦਰ ਦਾ ਮੂੰਹ ਦੇ ਦਿੱਤਾ। ਉਹ ਅੱਗੇ ਅੱਗੇ ਹੋਵੇ ਵੀ ਮੇਰੇ ਕੋਲ ਵਿਸ਼ਨੂੰ ਦਾ ਰੂਪ ਹੈ, ਉਹ ਲੜਕੀ ਪਰਾਂ ਹੋ ਜਾਵੇ। ਜਦੋਂ ਨਾ ਹੀ ਹਟਿਆ ਨੇ ਮੂੰਹ ਦਾ ਵੇਖ ਆਪਣਾ, ਜਦੋਂ ਮੂੰਹ ਵੇਖਿਆ ਤੇ ਬਾਂਦਰ ਦਾ, ਵਿਸ਼ਨੂੰ ਨੂੰ ਸਰਾਪ ਦੇਤਾ, ਜਾ ਤੇਰੀ ਬਾਂਦਰ ਹੀ ਸਹਾਇਤਾ ਕਰਨਗੇ। ਕਿੱਡਾ ਚੱਕਰ ਪੈਂਦਾ। ਮਾਇਆ ਮੋਹੇ ਦੇਵੀ ਸਭ ਦੇਵਾ। ਦੇਵੀ ਦੇਵਤਿਆਂ ਨੂੰ ਮੋਹ ਲੈਂਦੀ ਹੈ। ਤਾਂ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਮਾਇਆ ਨੇ ਮੋਹ ਲਿਆ। ਅਸੀਂ ਤੇ ਕਿਹੜੀ ਬਾਗ ਦੀ ਮੂਲੀ, ਕੀ ਚੀਜ਼ ਆ? ਅਸੀਂ ਵੱਡਿਆਂ ਵੱਡਿਆਂ ਨੂੰ ਭਰਮਾਉਂਦੀ ਹੈ, ਪਰ ਸਾਡਾ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਹੈ। ਆਦ ਨਿਰੰਜਨ ਖਸਮ ਹਮਾਰੇ, ਆਦ ਨਿਰੰਜਨ ਖਸਮ ਹਮਾਰੇ, ਨਿਰੰਜਨ ਖਸਮ ਹਮਾਰੇ, ਆਦ ਨਿਰੰਜਨ ਖਸਮ ਹਮਾਰੇ। ਸਾਡੇ ਖਸਮ ਜੀ, ਸਾਡੇ ਵਾਹਿਗੁਰੂ ਜੀ, ਸਾਡੇ ਜੋਤੀ ਸਰੂਪ ਨਿਰਲੇਪ ਪ੍ਰਤੱਖ ਜੋਤ ਰੂਪ ਹੋ ਕੇ ਸਾਰਿਆਂ 'ਚ ਬਿਰਾਜਮਾਨ, ਬਿਲਕੁਲ ਮਾਇਆ ਦੀ ਕਾਲਖ ਤੋਂ ਰਹਿਤ ਹਨ। ਸਾਚੇ ਜੋਗ ਜੁਗਤ ਵਿਚਾਰੀ। ਉਹ ਪਰਮੇਸ਼ਰ ਦੇ ਪਿਆਰੇ ਸੱਚਿਆਂ ਨੇ ਉਸ ਸੱਚੇ ਨਾਲ ਜੁੜਨ ਦੀ ਜੁਗਤੀ ਵਿਚਾਰ ਲਈ। ਜੋਗ ਨਾਮ ਹੈ ਜੁੜਨੇ ਦਾ। ਆਖੋ ਸ੍ਰੀ ਵਾਹਿਗੁਰੂ। ਜੋਗ ਦਾ ਮਤਲਬ ਹੈ ਜੁੜਨਾ, ਇਕਾਗਰ ਹੋ ਜਾਣਾ। ਭੋਗ ਦਾ ਮਤਲਬ ਹੈ ਖਿੰਡ ਜਾਣਾ। ਭੋਗੀ ਉਹਨੂੰ ਕਹਿੰਦੇ ਨੇ ਜਿਹਦੇ ਸਰੀਰ ਦੇ, ਜਿਹਦੇ ਮਨ ਦੇ, ਜਿਹਦੀਆਂ ਬਿਰਤੀਆਂ ਦੇ ਕਈ ਭਾਗ ਹੋ ਗਏ ਹੋਣ, ਹਿੱਸੇ ਹੋ ਗਏ ਹੋਣ, ਟੋਟੇ ਹੋ ਗਏ ਹੋਣ। ਸਾਡੀ ਬਿਰਤੀ ਦਾ ਇੱਕ ਭਾਗ ਬਚਪਨ ਦੇ ਵਿੱਚ ਮਹਾਰਾਜ ਲਿਖਦੇ ਨੇ
ਪਹਿਲੇ ਪਿਆਰ ਲੱਗਾ ਥਣ ਦੁੱਧ, ਉੱਥੇ ਸਾਡਾ ਖਿਆਲ ਗਿਆ। ਜੰਮਦੇ ਸਾਰ ਭੁੱਖ ਲੱਗੀ ਮਾਂ ਦਾ ਦੁੱਧ ਪੀਣਾ, ਉਹਦੇ 'ਚ ਸਾਡੀ ਬਿਰਤੀ ਗਈ। ਨੇਚਰ ਹੈ, ਹੁੰਦਾ ਇੱਦਾਂ। ਦੂਜੇ ਮਾਏ ਬਾਪ ਕੀ ਸੁਧ, ਫਿਰ ਸਾਡੀ ਬਿਰਤੀ ਮਾਂ ਬਾਪ ਵਿੱਚ ਵੀ ਗਈ। ਇਹ ਮੇਰੀ ਮਾਂ ਹੈ, ਮੇਰਾ ਬਾਪੂ ਹੈ। ਤੀਜਾ ਭਈਆ ਭਾਬੀ ਬੇਵ, ਇਹ ਮੇਰਾ ਭਰਾ ਹੈ, ਮੇਰੀ ਭਾਬੀ ਹੈ, ਮੇਰੀ ਬੇਬੇ ਹੈ। ਚੌਥੇ ਪਿਆਰ ਉਹ ਪੰਨੀ ਖੇਡ, ਆ ਖਿਡੌਣਾ ਮੇਰਾ ਹੈ, ਮੈਂ ਇਹਦੇ ਨਾਲ ਖੇਡਣਾ। ਉਹਨਾਂ ਚੀਜ਼ਾਂ ਨਾਲ ਪ੍ਰੇਮ ਪੈ ਗਿਆ। ਪੰਜਵਾਂ ਖਾਣ ਪੀਣ ਕੀ ਧਾਤ, ਫਿਰ ਖਾਣ ਪੀਣ ਦੇ ਸ਼ੌਂਕ ਜਾਗੇ, ਆਹ ਖਾਈਏ ਆਹ ਖਾਈਏ ਆਹ ਖਾਈਏ। ਛੇਵੇਂ ਕਾਮ ਨਾ ਪੁੱਛੇ ਜਾਤ, ਜਵਾਨੀ ਆਈ ਉਦੋਂ ਕਾਮ ਨੇ ਅੰਨ੍ਹਿਆ ਕਰ ਦਿੱਤਾ। ਆਪਣੀ ਜਾਤ ਹੈ ਕਿ ਬਗਾਨੀ ਜਾਤ ਹੈ ਨਹੀਂ ਦੇਖਦਾ। ਛੇਵੇਂ ਕਾਮ ਨਾ ਪੁੱਛੇ ਜਾਤ, ਤੇ ਸਤਵੇਂ ਸਾਂਝ ਕੀਆ ਕਰਵਾਸ। ਜਦੋਂ 40 ਸਾਲਾਂ ਦਾ ਹੋ ਜਾਂਦਾ, 3-4 ਨਿਆਣੇ ਹੋ ਜਾਂਦੇ ਨੇ, ਫਿਰ ਹੁੰਦਾ ਵੀ ਹੁਣ ਘਰ ਬਣਾਈਏ, ਬੱਚਿਆਂ ਨੂੰ ਸੈਟਿੰਗ ਕਰੀਏ, ਵਿਆਹਣਾ, ਕੱਲ੍ਹ ਨੂੰ ਕੁੜਮਾ ਨੇ ਆਉਣਾ, ਕਿੱਥੇ ਭਾਵਾਂਗੇ, ਘਰ ਤਾਂ ਬਣਾ ਲਈਏ। ਘਰ 'ਚ ਫਰਨੀਚਰ ਵੀ ਰੱਖੀਏ, ਗੱਡੀ ਵੀ ਚਾਹੀਦੀ ਹੈ, ਬੈਂਕ ਬੈਲੈਂਸ ਵੀ ਚਾਹੀਦਾ, ਕੋਈ ਆਮਦਨ ਦਾ ਬੱਚਿਆਂ ਦਾ ਕਾਰੋਬਾਰ ਵੀ ਸੈੱਟ ਕਰੀਏ। ਉਹ ਫਿਰ ਜੋੜਦਾ, ਸਾਂਝ ਮੈਨੇ ਜੋੜਦਾ, ਘਰ ਬਣਾਉਂਦਾ। ਸਤਵੇਂ ਸਾਂਝ ਕੀਆ ਕਰਵਾਸ, ਫਿਰ ਹੋ ਜਾਂਦਾ 60-65 ਦਾ, ਤੇ ਨਿਆਣੇ ਕਹਿਣਾ ਮੰਨਦੇ ਕੋਈ ਨਹੀਂ। ਫਿਰ 8ਵੇਂ ਕ੍ਰੋਧ ਹੋਵਾ ਤਰਨਾਥ, ਗੁੱਸਾ ਚੜ੍ਹਦਾ। ਉਹ ਗੁੱਸਾ ਆਪਣੇ ਆਪ ਨੂੰ, ਹਾਂਡੀ ਉਬਲਦੀ ਆਪਣੇ ਕੰਡੇ ਸਾੜਦੀ ਹੈ। ਪਤੀਲਾ ਉਬਲੇ ਤੇ ਉਹ ਦੂਜੇ ਦਾ ਕੀ ਵਿਗਾੜੇਗਾ, ਆਪਣੇ ਕੰਡੇ ਸਾੜੇਗਾ। ਅਸੀਂ ਵੀ ਫਿਰ ਕ੍ਰੋਧ ਵਿੱਚ ਜਦੋਂ ਇਨਸਾਨ ਆਉਂਦਾ ਤੇ ਉਹ ਸੜ ਕੇ ਗੁੱਸੇ ਦੇ ਨਾਲ ਲਾਲ ਪੀੜਾ ਹੁੰਦਾ। ਨਿਆਣਿਆਂ ਨੂੰ ਕੀ ਫਰਕ ਪੈਂਦਾ, ਬਾਪੂ ਕੁੜਦਾ ਰਹੇ। ਨਾਵੇਂ ਧੌਲੇ ਉੱਭੇ ਸਾਹ, 9ਵੀਂ ਅਵਸਥਾ ਇਹ ਆਉਂਦੀ, ਕੇਸ ਚਿੱਟੇ ਹੋ ਜਾਂਦੇ ਨੇ, ਸਾਹ ਔਖੇ ਆਉਣੇ ਸ਼ੁਰੂ ਹੋ ਜਾਂਦੇ ਨੇ, ਆਕਸੀਜਨਾਂ ਲਾਉਣੀ ਪੈਂਦੀ। ਤੇ 10ਵੇਂ ਦੱਦਾ ਹੋਆ ਸੁਆਹ, ਫਿਰ ਉਹ ਆਉਂਦਾ ਵੀ ਕਿਤੇ ਸੜ ਕੇ ਸੁਆਹ ਦੀ ਢੇਰੀ ਮੁੱਠੀ ਪਾ ਕੇ ਅਗਲੇ ਛੋਟੀ ਜਿਹੀ ਪੋਟਲੀ ਦੇ ਵਿੱਚ ਕੀਰਤਪੁਰ ਸਾਹਿਬ ਛੱਡ ਆਉਂਦੇ ਨੇ, ਕੰਮ ਖਤਮ ਹੋ ਜਾਂਦਾ। ਕੀ ਹੈ ਇਨਸਾਨ? ਇਹਦੀ ਬਿਰਤੀ ਦੇ ਇੰਨੇ ਭਾਗ ਹੋਏ ਨੇ, ਗਿਣੇ ਨਹੀਂ ਜਾ ਸਕਦੇ। ਕੁਝ ਭੈਣਾਂ ਭਰਾਵਾਂ ਵਿੱਚ, ਕੋਈ ਸੱਜਣਾ ਮਿੱਤਰਾਂ ਵਿੱਚ, ਧੀਆਂ ਪੁੱਤਰਾਂ ਵਿੱਚ, ਕਾਰੋਬਾਰਾਂ ਵਿੱਚ ਸਾਡੀ ਬਿਰਤੀ ਖਿੰਡ ਗਈ। ਅਸੀਂ ਹੋ ਗਏ ਭੋਗੀ, ਜਿਨ੍ਹਾਂ ਨੇ ਸਾਰੇ ਪਾਸਿਓਂ ਆਪਣੀ ਬਿਰਤੀ ਇਕੱਠੀ ਕਰਕੇ ਇੱਕ ਅਕਾਲ ਪੁਰਖ ਤੇ ਲਾ ਲਈ, ਹੋ ਗਏ ਜੋਗੀ। ਜੁੜ ਗਏ। ਜੋਗੀ ਦਾ ਮਤਲਬ ਜੁੜਿਆ, ਭੋਗੀ ਦਾ ਮਤਲਬ ਖਿੰਡਿਆ ਹੋਇਆ। ਕਹਿੰਦੇ ਜਿਨ੍ਹਾਂ ਨੇ ਸਾਚੇ ਜੋਗ ਜੁਗਤ ਵਿਚਾਰੇ, ਸੱਚੇ ਮਹਾਂਪੁਰਸ਼ਾਂ ਨੇ ਉਸ ਸੱਚੇ ਨਾਲ ਜੁੜ ਕੇ, ਸੱਚੇ ਨਾਲ ਜੁੜਨ ਦੀ ਜੁਗਤੀ ਲੱਭੀ ਵੀ ਕਿਹੜੇ ਤਰੀਕੇ ਨਾਲ। ਕਿਉਂਕਿ ਝੂਠ ਵਿੱਚ ਤਾਂ ਕੋਈ ਖੱਜਲ ਖੁਆਰੀ ਹੈ। ਕੋਈ ਝੂਠ ਤੋਂ ਬੰਦਾ ਸੰਤੁਸ਼ਟ ਨਹੀਂ ਹੋਇਆ। ਅਸੀਂ ਤੇ ਹੋਏ ਨਹੀਂ, ਤੁਹਾਡੇ 'ਚ ਕੋਈ ਹੋਇਆ ਹੋਵੇ ਤਾਂ ਪਤਾ ਨਹੀਂ। ਬੜਾ ਕੁਝ ਵੇਖ ਲਿਆ, ਧੀਆਂ ਪੁੱਤਰ ਭੈਣ ਭਰਾ ਸਾਰਾ ਕੁਝ ਵੇਖ ਲਿਆ, ਅਜੇ ਬੰਦਾ ਸੰਤੁਸ਼ਟ ਕੋਈ ਨਹੀਂ, ਤ੍ਰਿਪਤੀ ਕੋਈ ਨਹੀਂ ਕਿਸੇ ਦੀ। ਕੋਈ ਮੰਨੀ ਬੈਠਾ ਹੋਵੇ, ਕੋਈ ਨਸ਼ਾ ਪੀ ਕੇ, ਕੋਈ ਪੈਗ ਸ਼ੈਗ ਲਾ ਕੇ ਰਾਤ ਨੂੰ ਨੀਂਦ ਲੈ ਲਵੇ ਤੇ ਲੈ ਲਵੇ, ਉੱਦਾਂ ਨੀਂਦ ਕੋਈ ਨਹੀਂ ਆਉਂਦੀ ਕਿਸੇ ਨੂੰ। ਕਾਹਦੇ ਵਾਸਤੇ ਪੀਂਦੇ ਲੋਕ? ਇਹੋ ਜਿਹੀ ਟੈਨਸ਼ਨਾਂ ਨੇ। ਟੈਨਸ਼ਨਾਂ ਕਿੱਥੋਂ ਲਈਆਂ ਨੇ? ਆਪਣੇ ਮੋਹ ਕਰਕੇ ਲਈਆਂ ਨੇ। ਆਪਣੀਆਂ ਜਿਹੜੀਆਂ ਪਸਾਰੀਆਂ ਹੋਈਆਂ ਨੇ ਸੰਸਾਰ ਦੇ ਵਿੱਚ ਬਿਰਤੀਆਂ, ਉਹਨਾਂ ਨੇ ਟੈਨਸ਼ਨਾਂ ਦਿੱਤੀਆਂ ਨੇ। ਉਹਨਾਂ ਨੂੰ ਖਤਮ ਕਰਨੇ, ਹੋਰ ਜ਼ਹਿਰ ਪੀਂਦਾ ਹੋਰ ਮਰਦਾ, ਉਹ ਫੇਰ ਨਹੀਂ ਖਤਮ ਹੁੰਦੀਆਂ। ਉਹ ਹੋਰ ਯਾਦ, ਜਦੋਂ ਬੰਦਾ ਥੋੜਾ ਜਿਹਾ ਇਹੋ ਜਿਹਾ ਕੰਮ ਕਰਦਾ ਨਾ, ਕੋਈ ਨਸ਼ਾ ਪੱਤਾ ਕਰਦਾ, ਉਹ ਫੇਰ ਧਿਆਨ ਉਹ ਤਾਂ ਰੋਂਦਾ। ਫਿਰ ਉਹ ਕਿਉਂਕਿ ਉਹ ਮੁੜ ਮੁੜ ਕੇ ਚੀਜ਼ਾਂ ਇਕਾਗਰ ਬਿਰਤੀ 'ਚ ਫੇਰ ਉਹ ਚੇਤੇ ਆਉਂਦੀਆਂ ਨੇ। ਉੱਥੇ ਜਿੱਤ ਲਾਗੋ ਮਨ ਬਾਸਨਾ ਅੰਧ ਸਾਈ ਪ੍ਰਗਟਾਨੀ, ਜਿੱਥੇ ਮਨ ਲੱਗਾ ਉਹੀ ਆਉਣਾ ਸਾਹਮਣੇ, ਉਹ ਆਉਂਦਾ ਸਾਹਮਣੇ ਨਿਕਲ। ਪਰ ਰੱਬ ਦੇ ਪਿਆਰਿਆਂ ਨੇ ਉਹਦੇ ਨਾਮ ਦਾ ਨਸ਼ਾ ਪੀਤਾ। ਵਾਹਿਗੁਰੂ 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 ਵਾਹਿਗੁਰੂ, ਬਾਣ ਸਜਾਵਾ ਸਨ ਕੈ। ਸਾਧ ਸੰਗਤ ਜੀ, ਗੱਲ 'ਚੋਂ ਗੱਲ ਨਿਕਲ ਆਉਂਦੀ, ਗੁਰੂ ਨਾਨਕ ਦੀ ਬਾਤ ਮੈਂ ਬਾਤ। ਤੀਰ ਚਲਾਉਂਦੇ ਆ ਜਦੋਂ, ਪਹਿਲੇ ਦਿਨ ਤੀਰ ਨਿਸ਼ਾਨੇ ਤੇ ਨਹੀਂ ਲੱਗਦਾ। ਕੋਈ ਐਂ ਨੂੰ ਜਾਂਦਾ, ਕੋਈ ਐਂ ਨੂੰ ਜਾਂਦਾ, ਉਹਦਾ ਨੂੰ ਜਾਂਦਾ। ਫਿਰ ਪ੍ਰੈਕਟਿਸ ਕਰਦੇ ਇੱਕ ਦਿਨ ਐਨ ਵਿੱਚ ਨਿਸ਼ਾਨੇ ਦੇ ਤੀਰ ਲੱਗਦਾ। ਲੱਖਾਂ ਵਾਰੀ ਵਾਹਿਗੁਰੂ 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 ਕਹਿਣਾ। ਕਿਉਂ ਕਹਿਣਾ? ਇੱਕ ਦਿਨ ਵਾਹਿਗੁਰੂ ਕਿਹਾ ਜਾਵੇ, ਐਸਾ ਵਾਹਿਗੁਰੂ ਕਿਹਾ ਜਾਵੇ ਕਿ ਤੀਰ ਨਿਸ਼ਾਨੇ ਤੇ ਵੱਜ ਜਾਵੇ।
उरले पासे काम मुक जाए, परले पासे जा वड़ीए। इस वास्ते सच्चे पातशाह कहते साचे जोग जुगत विचारी, सच्चे रब दे प्यारिਆਂ ने वो रब नाल जुड़न दी जुगती लभ लई। वो है नाम, जोग बनया तेरा कीर्तन गाई। गुरु घर दे जोग किदां दा है? पहले लोग जोग करते सी पुट्ठे लटकना, धूणियां ताणियां, शरीर नूं कष्ट देने, बड़े बड़े तप करके शरीर दा ख्याल हट जावे ते शरीर तो परे साडा ख्याल चला जाए। ये जिहड़े तप करते सी ना, साधना करते सी, क्यों करते सी? देवतियां दर्शन कै ताई दूग भूग तीर्थ किए, जोगी जति जुगत में रहते कर कर भगवें भेस भये तो कारण। वाहिगुरू तेनू मिलने वास्ते, तेरे च लीन होने वास्ते तो कारण साहिबा रंग रते। कई तरह के रंग उन्होंने रंगे, कई तरह के पापड़ वेले, कितना कुछ किया। पर मेरे पातशाह गुरु नानक देव जी आए, उन्होंने आख्या ना ये बेचारे जंगलों में जान जोगे, ना ये इन्ना कुछ जफर जालन जोगे, सौखा जिहा तरीका दसदा रब नाल जुड़न दा। जोग बनया तेरा कीर्तन गाई, वाहिगुरू दी सिफत कर तू नाम जप, वाह 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 करके उसनूं सलाह ते ओहदे विच समा जा। साचे जोग जुगत विचारी, सच्चे नाल जुड़न दी ये जुगती गुरु साहिब सच्चे पातशाह ने दसी है। साचे ताड़ी लाई है ते सच्चे विच ताड़ी ला, सच्चे विच समाधि लगी। ताड़ी लाण दा मतलब होंदा ध्यान जुड़ जाना। जदों ध्यान ला के कोई बैठदे ने ते एक सवकल्प समाधि हुंदी है, एक निर्विकल्प समाधि हुंदी है। सवकल्प समाधि हुंदी जिथे विकल्प होवे, वो परमात्मा है ते मैं ओहदा भगत हां, वो भगवान है, मैं ओहदा सेवक हां, वो गुरु है, मैं ओहदा सिख हां। उत्थे द्वैत हुंदी है। एक निर्विकल्प समाधि हुंदी है जिथे मैं ते तू मिट जाते। सच्चे पातशाह कहते तो ही मोही मोही तो ही अंतर कैसा। श्री गुरु गोबिंद सिंह साहब जी उत्थे पहुंच गए, कहते ये विद करत तपस्या भयो द्वैत एक रूप हुआ गए। इदां दी ताड़ी लगी भी दो रहे कोई नहीं, एक ही हो गए। अकाल पुरख नाल एक ही बन गए। तो तेरा ते मेरा, मेरा ते तेरा भेद ही मिट गया। ਸਮਾ ਗਏ परमात्मा विच, ब्रह्म दे विच। साचे ताड़ी लाई है वो रब दे प्यारिਆਂ ਦੇ ਵਿੱਚ ਦੀ ਵਾਹਿਗੁਰੂ प्यारे परमेश्वर च सुरत जुड़ गई है, लीनता हो गई है। केतड़िया जुग तुंदू कर वो समाधि विच फिर दिसदा है। आ जिहड़ा साध संगत जी नासा वाले वीर खोज कर रहे ने ब्रह्मंड दी, बड़े बड़े वड्डे यंत्र छड्डे ने, पुलाड़ दे विच कैमरे बड़े बड़े अरबां खरबां डॉलर खर्च भी कर रहे ने, लभदे ने, बड़ी खोज करते हैं, समाज की बड़ी वड्डी सेवा भी करते हैं। इंटरनेट सिस्टम चल रहा है, बड़ा कुछ हो रहा है। पर एक गल ये कहते ने अजे असी 5% भी नहीं जान सके, अजे बड़ा कुछ है जिहड़ा साडी पहुँच तो परे है। इन्हां कोल बड़ियां बड़ियां वड्डियां मशीनां ने, बड़े बड़े वड्डे इन्हां कोल यंत्र ने, बड़े बड़े वड्डे कैमरे ने, किड्डे किड्डे महंगे कैमरे ने जिहड़े पूरियां कई गैलेक्सी दी फोटोआं खिंचदे ने। किड्डे महंगे कैमरे ने। पर मेरे गुरु नानक पातशाह कोल किहड़ा कैमरा सी जदों हजूर बोले सी पाताला पाताल लख आगासा आगास, ओढ़क ओढ़क भाल थके, वेद कहन एक बात सहस 18 कहन कतेबा, असलू एक तात। वो कैमरा जिहड़ा ना वो अंदर जाके लभदा जे, बाहर जाके नहीं लभदा। अखां खोल के नहीं वो कैमरा, वो अखां बंद करके कैमरा लगदा। वो तीजी अख का कैमरा है जिसनों दिव्य दृष्टि कहते हैं। वो जिहड़ी तीसरी अख वाला कैमरा सी वो गुरु नानक पातशाह कोल है, वो रब दे प्यारिਆਂ कोल है। साचे ताड़ी लाई है, उन्होंने अंदरों सारे खंड ब्रह्मंड दिसते हैं। तो सानू साध संगत थोड़े बड़ा कर लो। हाँ जी, फिर पढ़ो पंक्ति। केतड़िया जुग तुंदू का जदों अंदर जुड़ जाते हैं ना, जदों अंदर जुड़ जाते हैं फिर उन्होंने किन्ने युग धुंधुकार ही सीगा। अज भी ये गल जिहड़े साइंस वाले ने वो भी ये गल कहते हैं भी कदी कई लखां साल बर्फ जुग रहा, बर्फ ही सी, कई युग
इदां सी, कई करोड़ां साल इदां सी, कई करोड़ां साल ये हुणे कहंदे, हुण कहण लगे। गुरु पातशाह अज तो 400-500 साल पहला जदों कोई साइंस की निशानी नहीं सी, उदों कह रहे हैं केतड़ियां जुग धुंधू कारे। वो अंदरला कैमरा काम कर रहा है। जदों ध्यान विच पहुंच जाता फिर संपूर्ण ज्ञान हुंदा है। जदों साइंस दे नाल हुंदा वो अधूरा ते थोड़ा थोड़ा ज्ञान हुंदा। मेरा वीर कोई गुस्सा करदा करे, पर जब सूक्ष्म विचार नाल इत्थे आके गल करोगे ये गल सिद्ध होनी है। साइंस वालियां दी थ्योरी हर 5 साल बाद बदलती है। गुरु ग्रंथ साहब की थ्योरी सदा ही इक्को ही है, अटल है, नहीं बदलती। ये नहीं बदलती। कहते केतड़ियां जुग धुंधुकारे, किन्ने जुग हनेरा ही रहा, धुंधुकार ही रहा। जदों ब्रह्मे नूं पैदा किया, नाभ कमल ते ब्रह्मा उपजे। आ नाभि है, धुनी है, इथों साउंड पैदा होंदा है, इथों सारा ज्ञान इथों शुरू होंदा है। ध्यान में ज्ञान पता है अभ्यासियों नूं। उथों जदों गल बनी, कहते जदों नाभ कमल तो ब्रह्मा उपजिया ते ओनू ड्यूटी होती सी दुनिया पैदा करनी है, संसार बनाना है, सृष्टि की रचना करनी है, 84 लाख जूना पैदा करनिया ने। वो जदों कमल के फुल ते बैठा, हुण विचार ही ये ध्यान दे विच ही सारी विचार हुई है जिहड़ी गुरु साहब लिख रहे हैं। अंदर की गल है, यही गल है भी अज दे लोकां नूं गुरबाणी क्यों नहीं समझ आउंदी। बाहर देखते अंदर जाते कोई, अंदर जाते कोई, बाहर देखते आ। फिर बाहर तो महाराज कहते काहे वे वन खोजने, बाहर जंगल की लभी फिरते। यह भी जंगल ही है, जिहड़ा यूनीवर्सिटियां कॉलेजां च भटक रहे हो, ये भी माफ करना, ये भी जंगल है। वो बानी है असली जिहड़ी जिथे लभना है, उत्थे नहीं तुसीं जाणदे। उत्थे गुरु नानक साहब उथों सेंट्रल पॉइंट तो गल कर रहे हैं। कहते उत्थे फिर जदों वेख्या ब्रह्मे ने ध्यान धर के, कहता भी मैं सृष्टि पैदा करनी है, पर मैं कित्थों पैदा होया, मैं कित्थों पैदा होया। कहते तू इस कमल के फुल विचों पैदा होया। हंकार आ गया है, मैं एडा वड्डा, ये निक्का जा कमल, ये जो मैं किद्दां पैदा, उन्हें लत्त मारी कमल, कमल दे विच ही धस गया। सच्चे पातशाह बाणी च लिखते हैं, कहते ਉਹਦੇ ਵਿੱਚ ਧਸਦਾ 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 रुचि ਵੱਧ गई। कहते ਇਹਦੀ ਨਾਲ ਜਿਹੜੀ कमल की डंडी है ये मुक्कण च ही नहीं आउंदी। ਵੇਖੀਏ कित्थे जाके मुक्कदी है। ਲੱਭਦਾ 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 थल्ले ही धसी गया। वो ध्यान में धसी गया। थोड़ा सूक्ष्म गल है, ध्यान में धसी गया। जदों अंदर जाके वेख्या भी ਇਹਦਾ अंत कोई नहीं, फिर वापस परत्या। ਜਾਂਦੇ ਨੂੰ 18 युग लगे, आउंदे ਨੂੰ भी 18 ही लगने सीगे। बाणी च लिखा जुग 36 कीओ गुबारा, 36 जुग गुबार ही रहा, सृष्टि बन का काम नहीं होया। इत्थे साहब लिखते केतड़ियां जुग धुंधू कारे, किन्ने ही जुग हनेरा ही सी, धुंध ही धुंध सीगी, उदों कोई सृष्टि नहीं सी बनी। ताड़ी लाई सिरजनहार, उदों सिरजनहार वो करता पुरख अपनी समाधि च आप टिकिया होया सी, ताड़ी लाई बैठा सी। सच नाम सच्ची वडियाई, वो सच्चे वाहिगुरु दे सच्चे नाम दी सच्ची वडियाई वेखो। आखो श्री वाहिगुरु। ये गल्लां भी किहनूं समझ आईयां ने जिहने नाम जपिया है। ये राह किहड़ा खुलिया है अंदरला, जिहने नाम जपिया। सच नाम, वो सच्चा वाहिगुरु, ਉਹਦਾ नाम सच्चा है। जेता कीता तेता नाम। आज जिन्ना कुछ भी होया नाम की शक्ति नाल होया। नाम के धारे सगले जंत। असीं तां नाम सिर्फ इन्ना ही जप समझदे हां भी माला लै लई, वाहिगुरू वाहिगुरू जप लिया। ये तां साडे वास्ते शुरुआत है। ये साडे वास्ते पहला, जिवें कहंदे ना ए फॉर एप्पल कहना, ऊड़ा ऊंठ कहना, इत्थों शुरुआत है। वाहिगुरू 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 करो, वाहिगुरू वाहिगुरू करदे वाहिगुरू ही बन जाओगे। फिर पता लगेगा भी ये वाहिगुरू की चीज़ है। आम लोग वाहिगुरू नूं छोटा जिहा अखर समझते हैं, बस अखर छोटा जिहा। मैं पंजाबी भरावां की गल करा, नाम की बड़ी बेकदरी करते हैं। कहते भी नाम तो एवें ही है, एवें ही समझते हैं। किवें समझते हो भला? किसी बंदे नूं निल वड्डा निल कहना होवे ना तुसीं, किसी बंदे नूं नकारा कहना, नकम्मा कहना होवे तो की कहते हो? ये सतनाम ही है, यही बोलते हैं आप।
बड़ा माड़ा लफ्ज है। किसी बंदे नूं निकम्मा कहते हैं, नाल ही कहे तो सत, वो भले मानसा जे सतनाम है तो फिर सारा कुछ है। पर साडी निगाह विच, साडी सोच विच नाम की इन्नी की वैल्यू है, असी नाम की कदर नहीं जानते। सारा गुरु ग्रंथ साहब नाम की महिमा कर रहा है, तो असी नखिद्ध बंदे नूं उहदे नाल जोड़ के कहने सतनाम ही है। कितनी वड्डी साडी सोच की गिरावट की निशानी है। महाराज कहते नाम के धारे सगले जंत, नाम के धारे खंड ब्रह्मंड, सारी रचना नाम दी है। भाई साहब भाई गुरदास जी कहते जैसे हीरा हाथ में तनक सौ दिखाई देत, मोल किए ते दमकन भरत भंडार जी। एडा सारा हाथ हीरा मुट्ठी च आ जाता है, छोटा जिहा लगता हीरा, पर जिहदा मुल करो तो कोठे भर जाते हैं नोटां नाल। जैसे पर बांधे हुंडी लागत न भार, कहूँ आगे जाए पाइए तो लक्ष्मी अपार जी। पहला हुंडी करते सी, अजकल ट्रैवल चैक मिल जाते हैं। आ तुहाडी जेब दे विच क्रैडिट कार्ड हैं, तुहाडी जेब दे विच डेबिट कार्ड हैं, जिथे मर्जी लाओ तो लखां रुपए कढ़ा लो। पहले जमाने च हुंडी हुंदी सी, हुंडी का कोई भार नहीं, पर नोट जिन्ने मर्जी कढ़ा लो। हीरे का कोई भार नहीं, पर मुल पता लगेगा की है वह जदों मोल पावांगे। इवें वाहिगुरू अखर तो चार ही ने, वाह वाह हा हा गगा रारा, छोटा जिहा लगा, पर कहते एदा तैसे गुर बचन सचन गुर सिखन में, जानिया महात्म गए ही हर द्वार जी। गुरु मंत्र का मुल उदों पैना जदों वाहिगुरू के दरबार च जावांगे, फिर कदर पवेगी, सरोपे मिलणगे, उदों पता लगेगा भी वाहिगुरू छोटा जिहा किड्डा वड्डा, ये किड्डा वड्डा, ये वर्गा तो दुनिया से कोई चीज़ ही कोई नहीं। सो साध संगत जी, महाराज कहते साचे नाम वड्डाई है, सच्चे नाम की वड्डी वड्याई है। जे किते सिखां नूं सानूं सारिआं नूं नाम की महिमा का पता लग जाए, साडी रसना ते गुरु नाम वसा देवे, क्योंकि नाम की प्राप्ति औखी हुंदी है। जिस दिन नाम की प्राप्ति हो जाती है, फिर कोई चीज़ की प्राप्ति पिछे नहीं रह जाती। जिथे नाम आ जाता उत्थे सारा कुछ, जिवें हाथी के पैर च ना सारे पैर आ जाते, हाथी के पैर विच सारे पैर आ जाते। पंजाबी की कहावत है, कहते जिथे नाम आ गया उत्थे सारा कुछ ही आ जाता। सो नाम दे नाल ओ परतां खुलदियां ने, वो खेडां दा पता लगता है कि आद जुगादी अपर अपारे, वो जिहड़ा परमात्मा परंपार है, जो इस संसार तो परे है, उस परमात्मा नाल साडी सुरत जुड़ जाती है। आ पंज भौतिक जिहड़ा बनया होया सारा, जिहदे असीं पिंजरे च कैद होए आ, इस पिंजरे चों पंछी निकल के उच्चियां उडारियां मारदा है, नाम के सहारे मारदा है। नाम वाहिगुरू नाम जहाज है, चढ़े सो उतरे पार, जो शरधा कर सेवदे गुरु पार उतारनहार। सो पातशाह गरीब नवाज गुरु नानक देव जी की बाणी चो ये बचन संगतां नाल सांझे कीते ने। अरदास करो, क्योंकि साध संगत जी असी लोग कथा तो करते हैं, पर गुरबाणी का अंत असी नहीं पा सकते। ये अगाध बोध है, जिथे गुरु बाबा जी की अवस्था है, जेड़े मंडल च बाबा जी बोल रहे हैं, वो मंडल च कोई पहुँचा होवे ते जाने, साड़ी उत्थे पहुँच नहीं है। बस जिवें मिश्री के पहाड़ ते कीड़ी चढ़ जाए ना, वो मिश्री के पहाड़ का अंत नहीं पा सकती, अपना ढिड भरन जोगा मिठा खा सकती है। असी गुरबाणी की कथा करके गुरबाणी का अंत नहीं पा सकते, अपने कल्याण के लिए, अपने भले के लिए इसका लाहा लै सकते हैं। इतने बचन प्रवान करने आओ, अखीर दीयां पंक्तियां सरवण करिए जी। केतड़िया जुग धुंधुकार, ताड़ी लाई अबर अपार, सच नाम सच्ची वड्याई, सच है तख्त वड्याई है। वाहिगुरू जी का खालसा, वाहिगुरू जी की फतेह।